Good morning students. I hope all you are fine at your home. मैं उम्मीद करदा कि कल वाला लेक्चर जो इक्विपोटेंशियल ਦਾ ਲੈਕਚਰ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਣਾ। ਇਕੁਇਪੋਟੈਂਸ਼ੀਅਲ ਸਰਫੇਸ ਦੇ ਵਿੱਚ ਅਸੀਂ ਕੀ ਪੜਿਆ ਸੀਗਾ, ਇੱਕ ਅਜਿਹਾ ਸਰਫੇਸ ਆ ਕੋਈ ਚਾਰਜ Q ਦੇ ਅਰਾਊਂਡ ਇੱਕ ਅਜਿਹਾ ਸਰਫੇਸ ਜਿਸ ਤੇ ਅਸੀਂ ਜਿੰਨੇ ਵੀ ਪੁਆਇੰਟਸ ਕੰਸੀਡਰ ਕਰਦੇ ਹਾਂ ਉਹ ਪੁਆਇੰਟਸ ਤੇ जो पोटेंशियल है वो सेम रहता है। फॉर एग्जांपल इत्थे की आप 1 वोल्ट है तो इस पॉइंट पे 1 वोल्ट होएगा, 1 वोल्ट 1 वोल्ट 1 वोल्ट क्यों होएगा? क्योंकि V इज इक्वल टू बच्चे आप पढ़े Q अपॉन 4 पाई एप्सिलॉन नॉट R। देखो चार्ज Q सारे वास्ते सेम है, डिस्टेंस R भी सारे वास्ते इक्वल है, ये भी सारे डिस्टेंस R ठीक है। 4 पाई एप्सिलॉन नॉट की कांस्टेंट इसमें ਅਸੀਂ ਕੀ ਬੋਲਿਆ ਸੀ ਇਕੁਇਪੋਟੈਂਸ਼ੀਅਲ ਸਰਫੇਸ ठीक है जी। ਤੇ ਇਕੁਇਪੋਟੈਂਸ਼ੀਅਲ ਸਰਫੇਸ ਦੇ ਵਿਚਕਾਰ ਅਗਰ ਕੋਈ ਦੋ ਪੁਆਇੰਟਸ A ਤੇ B ਮੈਂ ਤੁਹਾਨੂੰ ਦੱਸਿਆ ਸੀਗੇ, ਅਗਰ A ਪੁਆਇੰਟ ਤੇ ਸਪੋਜ਼ ਪੋਟੈਂਸ਼ੀਅਲ VA ਹੈ ਤੇ B ਪੁਆਇੰਟ ਤੇ ਪੋਟੈਂਸ਼ੀਅਲ VB ਹੈ ਤਾਂ ਮੈਂ ਤੁਹਾਨੂੰ ਕੀ ਦੱਸਿਆ ਵੀ ਇਹ ਦੋਨੇ ਇਕੁਅਲ ਹੋਣਗੇ ਤੇ ਇਹਨਾਂ ਦਾ ਜਿਹੜਾ ਡਿਫਰੈਂਸ ਹੈ ਜਿਹਨੂੰ ਅਸੀਂ ਪੋਟੈਂਸ਼ੀਅਲ ਡਿਫਰੈਂਸ ਬੋਲਦੇ ਹਾਂ, ਜਿਹਨੂੰ ਅਸੀਂ V of AB ਵੀ ਲਿਖ ਸਕਦੇ ਹਾਂ, that is equal to 0। ਫਿਰ ਅਸੀਂ ਇਹਦੀਆਂ ਕੁਝ ਪ੍ਰੋਪਰਟੀਜ਼ ਕੀਤੀਆਂ ਸੀ। ਪ੍ਰੋਪਰਟੀਜ਼ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਇਕੁਇਪੋਟੈਂਸ਼ੀਅਲ ਸਰਫੇਸ ਨੇ ਠੀਕ ਹੈ ਉਹ ਇਲੈਕਟ੍ਰਿਕ ਫੀਲਡ ਤੋਂ 90 ਦੇ ਐਂਗਲ ਦਿੰਦੇ ਨੇ। ਪੋਜ਼ਿਟਿਵ ਚਾਰਜ ਰੱਖੇ ਇਲੈਕਟ੍ਰਿਕ ਫੀਲਡ ਲਾਈਨਸ ਕੀ ਹੈ ਦੀ ਡਾਇਰੈਕਸ਼ਨ ਆਊਟਵਰਡ ਹੁੰਦੀ ਹੈ। ਤਾਂ ਜੇ ਅਸੀਂ ਇੱਥੇ ਸਫੈਰੀਕਲ ਇਕੁਇਪੋਟੈਂਸ਼ੀਅਲ ਸਰਫੇਸ ਬਣਾਵਾਂਗੇ ਤੇ ਜਿਹੜਾ ਇਹ ਐਂਗਲ ਹੈ ਸਟੂਡੈਂਟਸ ਉਹ ਕਿੰਨਾ ਹੋਏਗਾ 90 ਡਿਗਰੀ ठीक है। क्यों होएगा वो भी ਤੁਹਾਨੂੰ मैं दस चुका सी, एक्सप्लेन कर चुका सी। फिर उस तो बाद ਅਸੀਂ प्रॉपर्टी पढ़ी ਸੀਗੀ कि किसी भी A पॉइंट तो इक्विपोटेंशियल सरफेस ਦੇ B पॉइंट तक चार्ज Q ਨੂੰ मूव कराउण ਦੇ ਲਈ ਜਿਹੜਾ वर्क डन करना ਪੈਂਦਾ ਉਹ ਜ਼ੀरो करना ਪੈਂਦਾ है। कोई भी मतलब वर्क डन ਸਾਨੂੰ नहीं करना ਪੈਂਦਾ। क्यों कि वर्क डन ਬੱਚੇ ਹੁੰਦਾ ਕੀ ਹੈ, वर्क डन ਕੀ ਹੁੰਦਾ है वर्क डन अपने को ਹੁੰਦਾ है चार्ज ਨੂੰ ਜਿਹੜੇ ਚਾਰਜ ਨੂੰ ਅਸੀਂ ਮੂਵ ਕਰਾ ਰਹੇ ਹਾਂ ਇਨਟੂ ਪੋਟੈਂਸ਼ੀਅਲ ਡਿਫਰੈਂਸ। ਤਾਂ ਪੋਟੈਂਸ਼ੀਅਲ ਡਿਫਰੈਂਸ ਹੀ ਜਦੋਂ ਬੱਚੇ ਜ਼ੀਰੋ ਹੈ that means work done from A to B ਵੀ ਕਿੰਨਾ ਹੁੰਦਾ ਹੈ ਜ਼ੀਰੋ ਠੀਕ ਹੈ। ਇਹ ਮੈਂ ਤੁਹਾਨੂੰ ਕੱਲ ਵਾਲਾ ਜਿਹੜਾ ਲੈਕਚਰ ਅਸੀਂ ਕੀਤਾ ਸੀ ਉਹ ਰਿਵਾਈਜ਼ ਕਰਵਾ ਰਿਹਾ ਠੀਕ ਹੈ ਜੀ। ਆਈ ਹੋਪ ਕਿ ਤੁਸੀਂ ਸਾਰੇ ਜਣੇ ਸਮਝ ਚੁੱਕੇ ਹੋਵੋਗੇ। ਫਿਰ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੈਨੂੰ ਕਾਲ ਜਾਂ ਮੈਸੇਜ कर सकते हैं। फिर थर्ड प्रॉपर्टी ਅਸੀਂ पढ़ी सी, एक तो मतलब वर्क डन फ्रॉम A to B जीरो हो गया ਤੇ ਇੱਕ ਇਹ मतलब ਕੀ ਹੈ परपेंडिकुलर। थर्ड प्रॉपर्टी ਤੁਹਾਨੂੰ ਦੱਸੀ ਸੀ ਕਿ ਜਿਹੜੇ मतलब ਕੀ ਹੈ ਇਕੁਇਪੋਟੈਂਸ਼ੀਅਲ ਸਰਫੇਸਿਸ ਨੇ ਹਨਾ ਉਹ ਐਕਚੁਅਲ ਕਿਹੜੇ ਸਰਫੇਸ ਹੁੰਦੇ ਜਿਹਨਾਂ ਤੇ ਪੋਟੈਂਸ਼ੀਅਲ ਡਿਫਰੈਂਸ ਜ਼ੀਰੋ ਹੁੰਦਾ ਹੈ। ਇੱਕ प्रॉपर्टी ਪੜ੍ਹ ਲਈ ठीक है जी। मतलब डेफिनेशन ही ਇਹਦੀ ਕੀ ਹੈ ਆਪਾਂ प्रॉपर्टी ਬਣਾ ਕੇ ਲਿਖੀ ਸੀ ठीक है जी ओके। फिर उस तो बाद ਅਸੀਂ ਕੀ ਕੀਤਾ ਸੀ, ਉਸ ਤੋਂ ਬਾਅਦ ਅਸੀਂ ਕੁਝ ਇਕੁਇਪੋਟੈਂਸ਼ੀਅਲ ਸਰਫੇਸਿਸ ਡਰਾ ਕੀਤੇ ਸੀ। ਫਸਟ ਅਸੀਂ ਡਰਾ ਕੀਤਾ ਸੀ ਫॉर अ पॉइंट चार्ज ਜਿਹਦੇ ਲਈ ਅਸੀਂ ਜਿਹੜਾ ਇਕੁਇਪੋਟੈਂਸ਼ੀਅਲ ਸਰਫੇਸ ਸੀ ਉਹ ਡਰਾ ਕੀਤਾ ਸੀ ਸਫੀਅਰ, मतलब ਸਫੈਰੀਕਲ ਸ਼ੇਪ ਦਾ ਇਕੁਇਪੋਟੈਂਸ਼ੀਅਲ ਸਰਫੇਸ ਹੁੰਦਾ ਹੈ। ਫਿਰ ਅਸੀਂ यूनिफॉर्म इलैक्ट्रिक फील्ड ਦੇ ਲਈ ਇਕੁਇਪੋਟੈਂਸ਼ੀਅਲ ਸਰਫੇਸ ਡਰਾ ਕੀਤਾ ਸੀਗਾ ਜਿਹੜੇ ਕਿ ਜਿਹਦੀ ਸ਼ੇਪ ਸੀਗੀ ਪਲੇਨ ਠੀਕ ਹੈ ਜੀ। ਇਹ ਅਸੀਂ ਦੋ ਇਕੁਇਪੋਟੈਂਸ਼ੀਅਲ ਸਰਫੇਸ ਡਰਾ ਕੀਤੇ ਸੀ। ਇੱਕ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਮੈਂ ਦੁਬਾਰਾ ਫਿਰ ਐਕਸਪਲੇਨ ਕਰਨਾ ਚਾਹਾਂਗਾ कि in the direction of electric field, in the direction of electric field ਜਿਹੜਾ ਬੱਚੇ ਪੋਟੈਂਸ਼ੀਅਲ ਹੈ ਉਹ ਡਿਕਰੀਜ਼ ਕਰਦਾ। ਇਹ ਬੜਾ ਇੰਪੋਰਟੈਂਟ ਹੈ, ਇਹਨੂੰ ਧਿਆਨ ਚ ਰੱਖਿਓ।
देखो ये सारे कंसैप्ट थोड़े ध्यान च रह सकते जो तुहानू फार्मूला क्लीयर है E इज इक्वल टू माइनस dV by dr दैट इज नोन एज पोटेंशियल ग्रेडियंट इन नेगेटिव साइन तुहानू की दसदा सीगा इलैक्ट्रिक फील्ड की डायरेक्शन इन डिक्रीजिंग पोटेंशियल देखो ए साइड पॉजिटिव होएगा ना ए साइड नेगेटिव पोटेंशियल की होंदा वर्क करना अगेंस्ट इलैक्ट्रिक फील्ड मतलब तुसी अगर ए पॉइंट तो कुछ डिस्टेंस डी आर मूव करते हो किसी पॉइंट बी ते पहुंचते हो इतने पोटेंशियल डिफरेंस कितना क्रिएट हो जाता है dv तो बच्चे ए पॉइंट ते जेड़ा पोटेंशियल है दैट इज va जेड़ा बी ते पोटेंशियल है दैट इज vb देखो चार्ज ਨੂੰ मूव कराउण दे लई होर ज्यादा वर्क करना पै रहा है ए पॉइंट तो बी पॉइंट तक ਇਹਦਾ मतलब एनर्जी होर ज्यादा स्टोर करते हैं और एनर्जी स्टोर होती है इन द फॉर्म ऑफ पोटेंशियल देखो ए तो बी जा रहे हो मतलब अगेंस्ट द इलैक्ट्रिक फील्ड जा रहे हो तब पोटेंशियल की कर रहे हैं इंक्रीज हो रहा है अगर इन द डायरेक्शन जाओगे तो पोटेंशियल फॉल करेगा ठीक है जी यही इस कंसैप्ट पे बेस्ड बहुत सारे कंसैप्चुअल क्वेश्चंस ने ठीक है ਜਿਹੜੇ सीबीएसई बोर्ड ਦੇ ਵਿੱਚ ਵੀ ਕੀ ਹੈ ਪੁੱਛੇ ਜਾਂਦੇ ਨੈਕਸਟ ਅਸੀਂ ਇਕੁਇਪੋਟੈਂशियल ਸਰਫੇਸ ਅੱਜ ਡਰਾ ਕਰਨਾ ਹੈ इक्विपोटेंशियल सरफेस इक्विपोटेंशियल सरफेस फॉर अ डायपोल ਅਸੀਂ डायपोल ਦੇ ਲਈ इक्विपोटेंशियल सरफेस ड्रॉ करना चाਹੁੰਦੇ देखो डायपोल ਤੁਸੀਂ अंडरस्टैंड करते होंगे डाई मतलब दो डाई मतलब टू पोल का मतलब तुम समझते हो मतलब डायपोल का मतलब जिदे दो पोल हो दो पोल भी की है इक्वल इन मैग्नीट्यूड दो पोल जिन्हों का मैग्नीट्यूड की हो सेम जिवें असीं गल करते भी एक साडे कोल पॉजिटिव चार्ज है एक नेगेटिव चार्ज है इन्हां दे विचकार कुछ ना कुछ डिस्टेंस है अगर यह चार्ज क्यू है प्लस क्यू ये चार्ज की है माइनस क्यू है फॉर एग्जाम्पल जब ये भी कहती मान लो ये 4Q चार्ज है तो मतलब -4Q है ये विचकार कुछ ना कुछ डिस्टेंस 2a कंसीडर करते सी जिन्होंने असीं की बोलते हैं डायपोल इस डायपोल करके इक्विपोटेंशियल सरफेस किहो जिहा होएगा वो सानू ड्रॉ करने के लिए कई बार पेपर दे विच कहा जाता तो देखो बच्चे इनू समझण दे लई असीं पहला एक कंसैप्ट समझांगे वो कंसैप्ट कुछ नवा नहीं है वो कंसैप्ट फिर तुहाडा इस फार्मूले नाल ही रिलेट करता है दैट इज E इज इक्वल टू -dV/dt इस टॉपिक का ही भाई कह सकते हैं ये टॉपिक की बैकबोन है अगर तुहानू ये फार्मूला क्लीयर है तो तुहानू सारे कंसैप्ट्स क्लीयर है तो इहदे विच बच्चे की है देखो साडे कोल क्यू चार्ज एक साडे कोल क्यू चार्ज है पॉइंट चार्ज क्यू क्यू मतलब पॉजिटिव चार्ज ठीक है जी एक साडे कोल एक और पॉइंट चार्ज है ठीक है जी सपोज इनू Q1 मान लो ए सपोज Q2 है ठीक है एंड Q1 जिहड़ा बच्चे मैग्नीट्यूड है ना Q1 का है कि दोनों पॉजिटिव इट इज वेरी वेरी ग्रेटर देन Q एक कंसेप्ट समझा रहा है ठीक है फिर ਅਸੀਂ इक्विपोटेंशियल सरफेस से जाना डायपोल अगर Q1 का मैग्नीट्यूड बहुत ज्यादा है एज कंपेयर टू Q2 दैट मीन्स ਇਹਦੇ ਵਿੱਚੋਂ ਜਿਹੜੀਆਂ ਬੱਚੇ ਮੈਗਨੈਟਿਕ ਫੀਲਡ ਲਾਈਨਸ ਹੋਣਗੀਆਂ ठीक है मैग्नेटिक फील्ड लाइंस सॉरी मैग्नेटिक फील्ड लाइंस बोल रहा मैं इलेक्ट्रिक फील्ड लाइंस ਇਹਦੇ करके जो इलेक्ट्रिक फील्ड होएगा ना बच्चे इलेक्ट्रिक फील्ड वो बहुत स्ट्रॉन्ग होएगा स्ट्रॉन्ग
Q2 ਦਾ ਮੈਗਨੀਟਿਊਡ ਘੱਟ ਹੈ ਤਾਂ ਇਹਦੇ ਕਰਕੇ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਵੀਕ ਹੈ। ਦੇਖੋ ਸਟਰੋਂਗ ਨੂੰ ਮੈਂ 3 ਲਾਈਨਸ ਨਾਲ ਡਿਨੋਟ ਕਰ ਰਿਹਾ ਤੇ ਵੀਕ ਨੂੰ ਮੈਂ ਇੱਕ ਸਿੰਗਲ ਲਾਈਨ ਨਾਲ। ਇਹਦਾ ਵਿੱਚ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਵੀਕ ਹੋਏ। ਹੁਣ ਅਸੀਂ ਕੀ ਕਰਨਾ ਹੈ, ਸਾਡੇ ਕੋਲ ਇੱਕ ਟੈਸਟ ਚਾਰਜ Q, ਇਸ ਟੈਸਟ ਚਾਰਜ ਨੂੰ ਅਸੀਂ ਇੱਕ ਵਾਰੀ ਕੀ ਹੈ ਜਿਹੜਾ ਇਹ Q1 ਚਾਰਜ ਹੈ ਇਸ ਦੇ ਅਗੇਂਸਟ ਅਸੀਂ ਇਹਨੂੰ ਮੂਵ ਕਰਾਵਾਂਗੇ। Q1 ਦੇ ਅਗੇਂਸਟ ਅਸੀਂ ਇਹਨੂੰ ਮੂਵ ਕਰਾਵਾਂਗੇ। ਫੋਰ ਐਗਜ਼ਾਮਪਲ ਅਸੀਂ ਇਨਫਿਨਿਟੀ ਵਾਲੇ ਪੁਆਇੰਟ ਤੋਂ, ਸਪੋਜ਼ ਇਹ ਇਨਫਿਨਿਟੀ ਵਾਲਾ ਪੁਆਇੰਟ ਹੈ, ਇਨਫਿਨਿਟੀ ਵਾਲੇ ਪੁਆਇੰਟ ਤੋਂ ਤੁਸੀਂ ਟੈਸਟ ਚਾਰਜ ਨੂੰ ਮੂਵ ਕਰਾਇਆ ਤੇ ਤੁਸੀਂ ਕਿਸੇ ਸਰਟਨ ਪੁਆਇੰਟ A ਤੇ ਲਿਆਏ, A point, this is the A point, that means ਬੱਚੇ ਤੁਸੀਂ ਕੀ ਕੀਤਾ, ਵਰਕ ਕੀਤਾ from infinity to A, ਕਿਹਨੂੰ ਮੂਵ ਕਰਾਉਣ ਦੇ ਲਈ, ਟੈਸਟ ਚਾਰਜ ਨੂੰ। that means A point ਦਾ ਕੁਛ ਨਾ ਕੁਛ potential ਹੋਏਗਾ, ਡੈਫੀਨਿਟਲੀ ਹੋਏਗਾ। ਤੇ ਇਹਦਾ ਜਿਹੜਾ potential ਹੈ ਮੈਂ ਸਪੋਜ਼ ਮੰਨ ਲੈਣਾ VA, ਤੇ ਐਗਜ਼ਾਮਪਲ ਦੇ ਤੌਰ ਤੇ ਮੈਂ ਮੰਨ ਲੈਣਾ ਇਹਨੂੰ 1 ਵੋਲਟ, ਤੁਹਾਨੂੰ ਸਮਝਾਉਂਦਾ, ਠੀਕ ਹੈ ਜੀ। ਇਸ A point ਤੋਂ ਜੋ ਟੈਸਟ ਚਾਰਜ ਪਹੁੰਚ ਚੁੱਕਿਆ ਹੈ ਇਹਨੂੰ ਅਸੀਂ ਇਸ ਚਾਰਜ ਦੇ ਅਗੇਂਸਟ, ਮਤਲਬ ਇਸ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਫਿਰ ਇਹਦੇ ਤੇ ਵਰਕ ਕਰਨਾ ਹੈ, ਇਹਨੂੰ ਮੂਵ ਕਰਾਉਣਾ ਹੈ। ਜਿਵੇਂ ਜਿਵੇਂ ਅਸੀਂ ਇਸ ਡਾਇਰੈਕਸ਼ਨ ਵਾਲੇ ਨੂੰ ਮੂਵ ਕਰਾਉਂਦੇ ਜਾ ਰਹੇ ਹਾਂ ਤਾਂ ਸਪੋਜ਼ 1 ਮੀਟਰ ਦਾ ਡਿਸਟੈਂਸ ਟਰੈਵਲ ਕਰਨ ਤੋਂ ਬਾਅਦ, ਮਤਲਬ 1 ਮੀਟਰ ਦੀ ਡਿਸਪਲੇਸਮੈਂਟ ਤੋਂ ਬਾਅਦ ਸਪੋਜ਼ ਇਹ ਚਾਰਜ ਇਸ ਪੁਆਇੰਟ B ਤੇ ਪਹੁੰਚ ਗਿਆ ਤੇ ਬੱਚੇ ਜਿਹੜਾ ਇਹਦਾ ਪੋਟੈਂਸ਼ੀਅਲ ਹੈ VB, ਠੀਕ ਹੈ। that means ਤੁਸੀਂ ਵਰਕ ਕੀਤਾ from A to B, ਇਹਨੂੰ ਮੂਵ ਕਰਾਇਆ ਟੈਸਟ ਚਾਰਜ ਨੂੰ, that means ਕੀ ਆਏਗਾ, ਪੋਟੈਂਸ਼ੀਅਲ ਡਿਫਰੈਂਸ ਹੋਏਗਾ ਕੁਛ ਨਾ ਕੁਛ ਪੁਆਇੰਟ A B ਦੇ ਵਿਚਕਾਰ, ਤਾਂ B ਹੈ, ਠੀਕ ਹੈ ਜੀ। ਇਹ ਪੋਟੈਂਸ਼ੀਅਲ ਐਟ ਪੁਆਇੰਟ B ਹੈ, ਇਹਨਾਂ ਦੋਨਾਂ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ VA ਮਾਈਨਸ VB ਜਾਂ VB ਮਾਈਨਸ VA ਤੁਸੀਂ ਲਿਖ ਸਕਦੇ ਹੋ। ਸਪੋਜ਼ ਬੱਚੇ ਇਹ ਹੋ ਗਿਆ 2 ਵੋਲਟ। ਸਿਮਿਲਰਲੀ ਜੇ ਤੁਸੀਂ ਇਹਨੂੰ ਹੋਰ ਮੂਵ ਕਰਾਓਗੇ ਤਾਂ ਇਹ ਪੋਟੈਂਸ਼ੀਅਲ ਹੋਰ ਇਨਕਰੀਜ਼ ਹੋਏਗਾ। ਮੈਂ ਕਿਹਾ ਸੀ ਨਾ ਤੁਹਾਨੂੰ, ਇਲੈਕਟ੍ਰਿਕ ਫੀਲਡ ਤੋਂ ਅਗਰ ਆਪੋਜ਼ਿਟ ਜਾਓਗੇ ਤਾਂ ਪੋਟੈਂਸ਼ੀਅਲ ਇਨਕਰੀਜ਼ ਹੋਏਗਾ। ਹੁਣ ਅਸੀਂ ਕੀ ਕਰਦੇ ਹਾਂ, ਇਸ ਵੀਕ ਇਲੈਕਟ੍ਰਿਕ ਫੀਲਡ ਵਾਲੇ ਚਾਰਜ ਦੇ ਅਗੇਂਸਟ ਕੰਮ ਕਰੋ। ਸਪੋਜ਼ ਇਹ ਇਨਫਿਨਿਟੀ ਵਾਲਾ ਪੁਆਇੰਟ ਹੈ, ਇੱਥੇ ਟੈਸਟ ਚਾਰਜ ਪਿਆ Q0, ਤੁਸੀਂ ਵਰਕ ਕਰਕੇ ਸਪੋਜ਼ ਇਹਨੂੰ A ਪੁਆਇੰਟ ਤੇ ਲਿਆ ਤਾਂ ਬੱਚੇ ਇਹਦਾ ਪੋਟੈਂਸ਼ੀਅਲ ਸਪੋਜ਼ ਦੈਟ ਇਜ਼ 1 ਵੋਲਟ। ਹੁਣ ਦੇਖੋ ਇਲੈਕਟ੍ਰਿਕ ਫੀਲਡ ਬਹੁਤ ਵੀਕ ਹੈ, ਤੁਸੀਂ ਵਰਕ ਕੀਤਾ ਚਾਰਜ ਨੂੰ ਮੂਵ ਕਰਾਉਣ ਦੇ ਲਈ, ਇਹਦਾ ਮਤਲਬ ਤੁਹਾਡਾ ਕੀਤਾ ਕੰਮ, ਜਿਹੜਾ ਵਰਕ ਅਸੀਂ ਕਰ ਰਹੇ ਹਾਂ ਉਹ ਸਟੋਰ ਹੋ ਰਿਹਾ ਇਨ ਦਾ ਫਾਰਮ ਆਫ ਪੋਟੈਂਸ਼ੀਅਲ। ਤਾਂ ਵਰਕ ਹੁਣ ਸਾਨੂੰ ਥੋੜਾ ਕਰਨਾ ਪੈ ਰਿਹਾ, ਕਿਉਂ, ਕਿਉਂਕਿ ਰਿਪਲਸ਼ਨ ਘੱਟ ਹੈ ਐਜ਼ ਕੰਪੇਅਰ ਟੂ ਦਿਸ। ਦੇਖੋ ਇੱਥੇ ਸਾਨੂੰ ਵਰਕ ਬਹੁਤ ਜ਼ਿਆਦਾ ਕਰਨਾ ਪੈ ਰਿਹਾ ਸੀ ਕਿਉਂਕਿ ਇਲੈਕਟ੍ਰਿਕ ਫੀਲਡ ਬਹੁਤ ਸਟਰੋਂਗ ਸੀ, ਸਾਨੂੰ ਵੀ ਰਿਪੈਲ ਕਰ ਰਿਹਾ ਸੀ, ਇਸ ਚਾਰਜ ਨੂੰ ਰਿਪੈਲ ਕਰ ਰਿਹਾ ਸੀ ਪੋਜ਼ਿਟਿਵ। ਇੱਥੇ ਵੀ ਰਿਪਲਸ਼ਨ ਹੈਗੀ ਹੈ ਬਟ ਇਲੈਕਟ੍ਰਿਕ ਫੀਲਡ ਵੀਕ ਹੈ, ਇਸ ਕਰਕੇ ਜਿਹੜੀ ਕੀ ਹੈ ਰਿਪਲਸ਼ਨ ਮਿਲ ਰਹੀ ਹੈ ਉਹ ਕੀ ਹੈ, ਵੀਕ ਹੈ। ਇਹਦਾ ਮਤਲਬ ਸਾਨੂੰ ਕੀ ਬਹੁਤ ਜ਼ਿਆਦਾ ਕੀ ਡਿਸਪਲੇਸਮੈਂਟ ਟਰੈਵਲ ਕਰਨ ਤੋਂ ਬਾਅਦ ਸਪੋਜ਼ ਇਹ ਇੱਕ B ਪੁਆਇੰਟ ਹੈ ਜਿੱਥੇ ਬੱਚੇ ਜਿਹੜਾ ਪੋਟੈਂਸ਼ੀਅਲ ਹੈ VB ਹੈ, ਜਿਹੜਾ ਕਿੰਨਾ 2 ਵੋਲਟ ਹੈ। ਹੁਣ ਦੇਖੋ ਇੱਥੋਂ ਸਾਨੂੰ ਕੀ ਪਤਾ ਲੱਗਿਆ, ਸਾਨੂੰ ਇੱਥੋਂ ਇਹ ਕਨਸੈਪਟ ਸਮਝ ਆਉਂਦਾ ਹੈ ਕਿ ਬੱਚੇ ਅਗਰ ਇਲੈਕਟ੍ਰਿਕ ਫੀਲਡ ਸਟਰੋਂਗ ਹੈ ਤਾਂ ਜਿਹੜਾ 2 ਪੁਆਇੰਟਸ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ, ਆ ਡਿਸਟੈਂਸ ਸਪੋਜ਼ ਜਿਹਨੂੰ ਅਸੀਂ 1 ਮੀਟਰ ਮੰਨਿਆ, ਸਪੋਜ਼ x1 ਹੈ, ਤੇ ਜਿਹੜੇ ਇਲੈਕਟ੍ਰਿਕ ਫੀਲਡ ਜਿੱਥੇ ਵੀਕ ਹੁੰਦਾ ਹੈ ਉਹਨਾਂ ਦੇ ਵਿਚਕਾਰ ਦਾ ਕੋਈ ਨਾ ਕੋਈ ਡਿਸਟੈਂਸ x2, ਤਾਂ ਬੱਚੇ x2 ਇਜ਼ ਗ੍ਰੇਟਰ ਦੈਨ ਕੀ ਹੁੰਦਾ x1। ਮਤਲਬ ਕੀ ਹੈ ਕਿ ਅਗਰ ਤੁਸੀਂ ਸਟਰੋਂਗ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਕੰਮ ਕਰੋਗੇ ਤਾਂ ਵੈਰੀ ਸਮਾਲ ਡਿਸਟੈਂਸ ਟਰੈਵਲ ਕਰਨ ਤੋਂ ਬਾਅਦ ਪੋਟੈਂਸ਼ੀਅਲ ਰੇਜ਼ ਹੋ ਜਾਏਗਾ, ਹੋਰ ਥੋੜਾ ਜਿਹਾ ਡਿਸਟੈਂਸ ਟਰੈਵਲ ਕਰੋਗੇ ਤਾਂ ਹੋਰ ਪੋਟੈਂਸ਼ੀਅਲ ਰੇਜ਼ ਹੋ ਜਾਏਗਾ। ਬਟ ਅਗਰ ਇਲੈਕਟ੍ਰਿਕ ਫੀਲਡ ਬਹੁਤ ਵੀਕ ਹੈ ਤਾਂ ਤੁਹਾਨੂੰ
बहुत ज़्यादा डिस्टेंस कवर करन तो बाद उन्ना पोटेंशियल रेज होएगा जिन्ना इस फर्स्ट वाले केस दे विच स्मॉल डिस्टेंस ट्रैवल करन च होएगा। ये डिस्टेंस हजे मैं बहुत ज़्यादा दिखाया है, इवन कि इनू असी होर थोड़ा बना सकते हैं, होर घट दिखा सकते हैं। ये मैं ज़्यादा क्यों दिखा रहा ताकि तुहानू थोड़ी जी डायग्राम क्लीयर हो जाए। देखो बट ए वाला डिस्टेंस ते ए वाला डिस्टेंस की है दे विच बहुत फर्क है। ये डिस्टेंस ज़्यादा है क्योंकि इत्थे इलैक्ट्रिक फील्ड की है वीक है, दैट मीन सानू बहुत ज़्यादा वर्क डन करना पਊ। इनू मूव कराउण दे लई इस पॉइंट बी ते कितना पोटेंशियल दे लई 2 वोल्ट। ਇੱਥੇ ਸਾਨੂੰ ਕੀ ਹੈ ਥੋੜੀ ਜਿਹੀ ਡਿਸਪਲੇਸਮੈਂਟ ਕਰਾਉਣ ਦੇ ਲਈ ਥੋੜਾ ਜਿਹਾ ਜਦੋਂ ਵਰਕ ਕਰਾਂਗੇ ਵਿਥ ਰਿਪਲਸ਼ਨ ਜ਼ਿਆਦਾ ਹੈ, ਠੀਕ ਹੈ। ਰਿਪਲਸ਼ਨ ਜ਼ਿਆਦਾ ਕਰਕੇ ਜਦੋਂ ਅਸੀਂ ਸਮਾਲ ਡਿਸਪਲੇਸਮੈਂਟ ਕੀਤੀ ਤਾਂ ਜਿਹਦੇ ਨਾਲ ਸਾਡੇ ਕੀ ਹੈ ਪੋਟੈਂਸ਼ੀਅਲ ਹੈ ਉਹ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ। ਤੇ ਇਹ ਕਨਸੈਪਟ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਅਗਰ ਇਲੈਕਟ੍ਰਿਕ ਫੀਲਡ ਸਟਰੋਂਗ ਹੈ ਤਾਂ ਦੇਖੋ ਆ ਦੋ ਪੁਆਇੰਟਸ ਨੇ। ਹੁਣ A ਵਾਲਾ ਪੁਆਇੰਟ ਇਸ A ਵਾਲੇ ਪੁਆਇੰਟ ਦੇ ਅਲੋਂਗ ਜਿੰਨੇ ਵੀ ਪੁਆਇੰਟ ਤੁਸੀਂ ਕੰਸੀਡਰ ਕਰੋਗੇ तो सारे इक्यू पोटेंशियल सरफेस बोलोगे सारा पोटेंशियल सेम होएगा। ते जेडे बी वाले जिन्ने भी पॉइंट्स इहदे क्रॉस पॉइंट्स लाओगे तो ये पोटेंशियल किहदा होएगा, बी वाले पॉइंट दा। ये भी इक्यू पोटेंशियल सरफेस होगा। दैट मीनस इलैक्ट्रिक फील्ड जदों स्ट्रॉन्ग हुंदा तां उन्हां दे विचकार दे जेडे इलैक्ट्रिक जेडे इक्यू पोटेंशियल सरफेस दे विचकार दा जेडा डिस्टेंस है वो घट हुंदा है एज कंपेयर टू जिथे इलैक्ट्रिक फील्ड की है वीक। ਜਾਂ ਤੁਸੀਂ ਆਪੋਜ਼ਿਟ ਵੀ ਯਾਦ ਰੱਖ ਸਕਦੇ ਹੋ ਕਿ ਅਗਰ ਇਲੈਕਟ੍ਰਿਕ ਫੀਲਡ ਵੀਕ ਹੈ ਤਾਂ ਦੋ ਇਕੁਇ ਪੋਟੈਂਸ਼ੀਅਲ ਸਰਫੇਸਿਸ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ ਜ਼ਿਆਦਾ ਹੁੰਦਾ ਹੈ। ਕਿਉਂ ਜ਼ਿਆਦਾ ਹੁੰਦਾ ਹੈ ਇਹ ਤੁਹਾਡੇ ਸਾਹਮਣੇ ਵੀ ਇੱਥੇ ਕੀ ਹੈ, ਸਾਨੂੰ ਸਮਾਲ ਡਿਸਪਲੇਸਮੈਂਟ ट्रैवल ਕਰਨ ਦੇ ਹੀ ਵਰਕ ਡਨ ਕੀ ਹੈ ਬਹੁਤ ਜ਼ਿਆਦਾ ਹੋ ਜਾਂਦਾ ਹੈ, ਮਤਲਬ ਯਾਨੀ ਕਿ ਪੋਟੈਂਸ਼ੀਅਲ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ। ਇੱਥੇ ਕੀ ਹੈ ਜ਼ਿਆਦਾ ਡਿਸਟੈਂਸ ट्रैवल ਕਰਕੇ ਕੀ ਹੈ ਪੋਟੈਂਸ਼ੀਅਲ ਰੇਜ਼। ਠੀਕ ਹੈ ਜੀ। ਹੁਣ ਅਸੀਂ ਚੱਲਦੇ ਹਾਂ ਡਾਇਪੋਲ। मतलब जैसे भी कंसेप्ट लिखना होगा तो तुझे इथे लिख सकते हो, मतलब इफ इलेक्ट्रिक फील्ड इज स्ट्रॉन्ग, अगर इलेक्ट्रिक फील्ड स्ट्रॉन्ग है दैट द डिस्टेंस बिटवीन टू इक्विपोटेंशियल surfaces is less। ठीक है, चलो हम आप डायपोल की करते हैं। ये साडे कोले डायपोल सीगा जी, ठीक है। मैं दोबारा बना दूंगा। देखो a positive charge a equal negative charge। तो ਜਦੋਂ ਵੀ ਕੀ ਹੈ ਤੁਸੀਂ ਇਕੁਇ ਪੋਟੈਂਸ਼ੀਅਲ ਸਰਫੇਸ ਡਰਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਲੈਕਟ੍ਰਿਕ ਫੀਲਡ ਲਾਈਨਸ ਡਰਾ ਕਰ ਲਓ। ਤਾਂ ਡਾਈਪੋਲ ਦੇ ਲਈ ਇਲੈਕਟ੍ਰਿਕ ਫੀਲਡ ਲਾਈਨ ਤੁਹਾਨੂੰ ਪਤਾ ਹੈ ਕਰਵਡ ਹੁੰਦੀਆਂ ਨੇ ਤੇ ਇਹਨਾਂ ਡਾਇਰੈਕਸ਼ਨ ਕੀ ਹੁੰਦੀ ਹੈ ਫਰੋਮ ਪੋਜ਼ਿਟਿਵ ਟੂ ਨੈਗੇਟਿਵ। ध्यान रहे कोई भी सिंगल लाइन दूसरी लाइन के नाल इंटरसेक्ट नहीं होनी चाहिए, जब मीट भी नहीं करनी चाहिए। इत्थे तुसीं इदां इहनूं छड्ड सकदे हो, बट ध्यान रहे यह की है इलैक्ट्रिक फील्ड लाइनस इहदा मतलब ये नहीं भी इत्थों इस पॉइंट तो इस पॉइंट तक एग्जिस्ट नहीं करदियां, एग्जिस्ट करदियां ने पर असीं ज़्यादा ड्राइंग नहीं बनाउंदे, इस करके असीं इहनूं ओपन छड्ड दिंदे। बट इलैक्ट्रिक फील्ड लाइनस पॉजिटिव चल के कितने खत्म होंगे ने नेगेटिव। पॉजिटिव नेगेटिव डॉटेड लगा दी चाहे तुम सॉलिड लगा दो, कोई फर्क नहीं रिप्रेजेंटेशन दे रहे। फोर लाइंस बनानी है तुम और भी बना सकते हो। ये आ गया साडे कोले इलैक्ट्रिक फील्ड लाइनस। ਅਸੀਂ ਡਰਾ ਕਰਨਾ ਹੈ ਇਕੁਇਪੋਟੈਂਸ਼ੀਅਲ ਸਰਫੇਸ।
ਜਿਹਦੇ ਲਈ ਅਸੀਂ ਕਨਸੈਪਟ ਪੜਿਆ, ਅਗਰ ਸਟਰੋਂਗ ਇਲੈਕਟ੍ਰਿਕ ਫੀਲਡ ਹੈ ਤਾਂ ਇਕੁਇਪੋਟੈਂਸ਼ੀਅਲ ਸਰਫੇਸ ਦੇ ਵਿਚਕਾਰ ਦਾ ਡਿਸਟੈਂਸ ਕੀ ਹੈ, ਘੱਟ ਹੋਏਗਾ। ਅਗਰ ਇਲੈਕਟ੍ਰਿਕ ਫੀਲਡ ਵੀਕ ਹੈ ਤਾਂ ਜਿਹੜਾ ਡਿਸਟੈਂਸ ਉਹ ਜ਼ਿਆਦਾ ਹੋਏਗਾ। ਤਾਂ ਆਪਾਂ ਕੋਈ ਕੀ ਕਰਦੇ ਹਾਂ, ਇੱਕ ਇਕੁਇਪੋਟੈਂਸ਼ੀਅਲ ਸਰਫੇਸ ਡਰਾ ਕਰਨ ਦੇ ਲਈ ਮੈਂ ਇੱਕ ਟੈਸਟ ਚਾਰਜ ਇਸ ਪੁਆਇੰਟ ਤੇ ਪਲੇਸ ਕਰਦਾ। ਫਿਰ ਵੀ ਪਲੇਸ ਅ ਟੈਸਟ ਚਾਰਜ ਹਮੇਸ਼ਾ ਕੀ ਹੁੰਦਾ, ਪੋਜ਼ਿਟਿਵ। ਕਿਉਂ? ਤੁਹਾਨੂੰ ਸਮਝਾਉਣ ਦੇ ਲਈ ਦੱਸ ਰਿਹਾ ਹੈ, ਬਾਅਦ ਦੇ ਵਿੱਚ ਤੁਸੀਂ ਐਜ਼ ਅ ਰੀਜ਼ਨ ਡਰਾ ਕਰ ਸਕਦੇ ਹੋ। देखो इस पॉजिटिव चार्ज करके ये टेस्ट चार्ज ਨੂੰ रिपेल करूगा, दैट मींस इलेक्ट्रिक फील्ड इस डायरेक्शन ਚ होएगा। सपोज इलेक्ट्रिक फील्ड E1। अच्छा ये नेगेटिव चार्ज इस टेस्ट चार्ज ਨੂੰ इलेक्ट्रिक फील्ड मतलब ये नेगेटिव चार्ज इस टेस्ट चार्ज ਨੂੰ अपने वाले अट्रैक्ट करेगा, मतलब इस दी डायरेक्शन भी इलेक्ट्रिक फील्ड ਦੀ इस साइड। देखो दोनों दी डायरेक्शन की है सेम है। सिमिलरली अगर तुसी इस पॉइंट ते इनू प्लेस करो टेस्ट चार्ज ਨੂੰ ਤਾਂ ਇਹ ਨੂੰ ਅਟਰੈਕਟ ਕਰੇਗਾ, ਇਹਦੇ ਕਰਕੇ ਇਲੈਕਟ੍ਰਿਕ ਫੀਲਡ ਕੀ ਸੀ E2 ਨੈਗੇਟਿਵ ਚਾਰਜ ਕਰਕੇ। ਅੱਛਾ ਇਹ ਨੂੰ ਰਿਪੈਲ ਕਰੇਗਾ, ਇਹ ਇਲੈਕਟ੍ਰਿਕ ਫੀਲਡ ਸੀ E1। ਓਕੇ ਅਸੀਂ ਇਹਨੂੰ ਆਊਟਸਾਈਡ ਵੀ ਪਲੇਸ ਕਰਕੇ ਦੇਖੀਏ। ਫॉर एग्जांपल ਅਸੀਂ ਇਸ ਪੁਆਇੰਟ ਤੇ ਪਲੇਸ ਕਰਦੇ ਹਾਂ प्लस क्यू तो पॉजिटिव रिपेल करेगा, दैट मींस इलेक्ट्रिक फील्ड दी डायरेक्शन ये है तो रिपल्शन इधर लगेगी। अच्छा ये नेगेटिव वाला इनू की करूगा, अट्रैक्ट करूगा, दैट मींस E2 है जेड़ा वो इस साइड होगा। जे ध्यान नाल देखिए बच्चे इत्थे जिहड़ी इलेक्ट्रिक फील्ड दी डायरेक्शन की है अपोजिट आ रही है, ठीक। जदों इन बिटवीन प्लेस कर रहे सी फिर की है सेम डायरेक्शन सी। तो बच्चे जदों डायरेक्शन इलेक्ट्रिक फील्ड दी सेम होए, जिवें आ दो इलेक्ट्रिक फील्ड दी डायरेक्शन सेम है तो डेफिनेटली इलेक्ट्रिक फील्ड की है स्ट्रॉन्ग। अगर एक इलेक्ट्रिक फील्ड डायरेक्शन है दूसरी तो ऑपोजिट मतलब कट कर रहे हैं, ਇਹਦਾ मतलब इलेक्ट्रिक फील्ड की होगा वीक। तो सानू इन्ना पॉइंट कंसीडर ਤਾਂ ਜਿਹੜੇ ਪੁਆਇੰਟਸ ਅਸੀਂ ਕੰਸੀਡਰ ਕੀਤੇ ਸਾਨੂੰ ਕਨਸੈਪਟ ਸਾਡਾ ਪੜਿਆ ਹੋਇਆ ਤਾਂ ਅਸੀਂ ਅਪਲਾਈ ਕਰਦੇ ਨੇ। ਸਾਨੂੰ ਪਤਾ ਜਿੱਥੇ ਸਟਰੋਂਗ ਇਲੈਕਟ੍ਰਿਕ ਫੀਲਡ ਹੋਊਗਾ ਜਿਹੜੇ ਇਕੁਇਪੋਟੈਂਸ਼ੀਅਲ ਸਰਫੇਸ ਉਹਨਾਂ ਦੇ ਗੈਪ ਕੀ ਹੈ ਸਮਾਲ ਹੋਏਗਾ, ਤੇ ਜਿੱਥੇ ਇਲੈਕਟ੍ਰਿਕ ਫੀਲਡ ਵੀਕ ਹੋਏਗਾ ਉਥੇ ਕੀ ਹੈ ਜਿਹੜਾ ਇਕੁਇਪੋਟੈਂਸ਼ੀਅਲ ਸਰਫੇਸ ਦਾ ਗੈਪ ਕੀ ਹੈ ਜ਼ਿਆਦਾ ਹੋਏਗਾ। ਤਾਂ ਅਸੀਂ ਕਿਵੇਂ ਡਰਾ ਕਰਾਂਗੇ ਇਹਨੂੰ, ਮੈਨੂੰ ਹਟਾ ਰਿਹਾ ਤਾਂ ਕਿ ਡਾਇਗਰਾਮ ਨੂੰ ਅਸੀਂ ਵਧੀਆ ਤਰੀਕੇ ਨਾਲ ਬਣਾ ਲਈਏ। ਤੁਸੀਂ वीडियो ਨੂੰ ਕੀ ਹੈ रिवर्स करके दोबारा तो देख सकते हैं। देखो इस पॉइंट दी इलेक्ट्रिक फील्ड स्ट्रांग सी ना, ते आउटसाइड की इलेक्ट्रिक फील्ड वीक सी। देखो इत्थे मैं डिस्टेंस ज़्यादा दिखा रहा, डिस्टेंस घट दिखा रहा। तो बच्चे ये करके जो पोटेंशियल बनेगा ना कुछ ऐसा बनेगा। बहुत फेमस डायग्राम है CBSE बोर्ड दे विच पेपर दे पॉइंट ऑफ व्यू दे नाल काफ़ी इंपॉर्टेंट है। देखो इस साइड है जिहड़ा गैप है वो घट होएगा, आउटसाइड की है जिहड़ा गैप है वो ज़्यादा। जिवें अखां होंदियां ना अखां आईज, तो आईज की तरह लगता है। सिमिलरली इस साइड की है इलेक्ट्रिक फील्ड स्ट्रांग सीगा, आउटसाइड वीक। इतना इक्विपोटेंशियल सरफेस स्ट्रांग। देखो जे तुहानू कंसैप्ट क्लीयर नहीं हैगा तो तुहानू ये लगूगा भी पता नहीं है की बनाई जांदे। इस तरीके दे नाल तुसीं ये बना सकते। ठीक है नहीं, आई होप कि तुहानू समझ आ गया होवे। ठीक है, इसदा कंसैप्ट की काफ़ी इंपॉर्टेंट। हुण तुहाडे लई हैगे ने दो क्वेश्चनस। फर्स्ट क्वेश्चन है
can two equipotential surfaces intersect with each other? ਇਹਦਾ ਜਿਹੜਾ ਆਨਸਰ ਹੈ ਇਹ ਤੁਸੀਂ ਮੈਨੂੰ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਆਨਸਰਸ ਲਿਖ ਸਕਦੇ ਹੋ ਸੈਕੰਡ ਕੁਐਸਚਨ ਹੈ ਜੀ ਤੁਹਾਡੇ ਵਾਸਤੇ draw equipotential surfaces for two draw equipotential surfaces for two similar charges separated by some distance. अगर एक पॉजिटिव चार्ज है दूसरे का पॉजिटिव चार्ज ठीक है इन्हां विचकार कुछ डिस्टेंस है अगर दोनों चार्जेस सेम ने ਤਾਂ ਇਹਨਾਂ ਵਾਸਤੇ ਜਿਹੜੇ ਇਕੁਇਪੋਟੈਂਸ਼ੀਅਲ ਸਰਫੇਸ ਨੇ ਉਹ ਕਿੱਦਾਂ ਦੇ ਹੋਣਗੇ ਇਹ ਤੁਸੀਂ ਕੀ ਹੈ ਇਹਦਾ ਵੀ ਆਨਸਰ ਤੁਸੀਂ ਮਿਲਦੇ ਠੀਕ ਹੈ ਇਹਦਾ ਆਨਸਰ ਦਾ ਜਿਹੜਾ ਕਨਸੈਪਟ ਆ ਮੈਂ ਤੁਹਾਨੂੰ ਦੱਸਿਆ ਹੋਇਆ ਤੁਸੀਂ ਖੁਦ ਨੂੰ ਡਰਾ ਕਰ ਸਕਦੇ ਠੀਕ ਹੈ ਜੀ ਓਕੇ ਨਾਓ ਹੁਣ ਅਸੀਂ ਕੁਝ ਨਿਊਮੈਰੀਕਲਸ ਦੇਖਦੇ ਹਾਂ ਨਿਊਮੈਰੀਕਲਸ करने एक तो आप पोटेंशियल दे ठीक है कुछ को मैं तो कराते सी ड्रॉप्स बारे पोटेंशियल दे न्यूमेरिकल करवाते सी एक दो न्यूमेरिकल आप होर देखते हैं तो एक आप देख लें पोटेंशियल ग्रेडियंट फिर एक नैक्सट टॉपिक पढ़ांगे पोटेंशियल एनर्जी मतलब ये न्यूमेरिकल जो पोर्शन है ना काफ़ी इंपॉर्टेंट है न्यूमेरिकल ये आ जाता है तो फस्ट जो अपना न्यूमेरिकल है जी अपने को हैगा भी infinite number of charges statement लिख रहे थे an infinite number of charges each numerically equal to q each numerically equal to q and of the same sign are placed along the x-axis थोड़ी राइटिंग ज़्यादा साफ नहीं होंगी हैगी हौली हौली मैं कोशिश कर रहा हूँ भी होर ज़्यादा इंप्रूव करा along the x-axis at x is equal to 1 x is equal to 2 x is equal to 4 x is equal to 8 and so on. Find electric potential at x equal to 0. काफी इंपॉर्टेंट क्वेश्चन है नॉन मेडिकल स्टूडेंट्स का स्टेटमेंट देख के तकरीबन समझ लग जाता भी ये किस तरीके नाल सॉल्व होएगा बट डोंट वरी मेडिकल स्टूडेंट्स लिए भी इतना ही डिफिकल्ट नहीं है
देखो पहला तो सानू पोटेंशियल का फॉर्मूला क्लीयर होना चाहिए कि पोटेंशियल हुंदा की है, दैट इज Q अपॉन 4 पाई एप्सिलॉन नॉट इनटू R ਇਹਦਾ ਫਾਰਮੂਲਾ ਤੇ ਦੂਸਰਾ ਸਾਨੂੰ ਇਹ ਨੌਲੇਜ ਹੋਣੀ ਚਾਹੀਦੀ ਹੈ ਵੀ ਜਿਹੜਾ ਪੋਟੈਂਸ਼ੀਅਲ ਹੈ ਇੱਕ ਸਕੇਲਰ ਕੁਆਂਟੀਟੀ ਤੇ ਜਿਹੜੀਆਂ ਸਕੇਲਰ ਕੁਆਂਟੀਟੀਜ਼ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਡਾਇਰੈਕਟਲੀ ਐਡ ਕਰ ਸਕਦੇ ਡਾਇਰੈਕਟਲੀ ਇਹਨਾਂ ਦੀ ਐਡੀਸ਼ਨ ਅਸੀਂ ਕਰ ਸਕਦੇ ਤਾਂ ਆਪਾਂ ਦੇਖੋ ਨਿਊਮੈਰੀਕਲ ਨੂੰ ਸੋਲਵ ਕਰਨ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਜੋ ਵੀ ਤੁਹਾਨੂੰ ਨਿਊਮੈਰੀਕਲ ਦੀ ਸਟੇਟਮੈਂਟ ਚ ਗਿਵਨ ਹੈ ਉਹਨੂੰ ਤੁਸੀਂ ਇਮੇਜਿਨੇਸ਼ਨ ਬਣਾਓ अगर तुसी प्रॉपर ਉਹਦੀ ਇਮੇਜਿਨੇਸ਼ਨ ਬਣਾ ਲਓ ਤਾਂ ਨਿਊਮੈਰੀਕਲ ਕੀ ਹੈ ਈਜ਼ੀਲੀ ਸੋਲਵ ਹੋ ਸਕਦਾ ਠੀਕ ਹੈ ਉਹਦੇ ਜਿੰਨੀਆਂ ਵੀ ਟਰਮਸ ਤੁਹਾਨੂੰ ਗਿਵਨ ਹੁੰਦੀਆਂ ਨੇ ਉਹਨੂੰ ਪਹਿਲਾਂ ਆਪਣੇ ਸੋਲੂਸ਼ਨ ਚ ਨੋਟ ਕਰ ਲਿਆ ਕਰੋ ਹੋ ਸਕਦਾ 1 ਮਿੰਟ ਦਾ ਟਾਈਮ ਜ਼ਿਆਦਾ ਲੱਗ ਜੇ ਬਟ ਕੁਐਸਚਨਸ ਮਤਲਬ ਨਿਊਮੈਰੀਕਲਸ ਜਿਹੜੇ ਪ੍ਰੋਬਲਮ ਜੇ ਜਿਹਨਾਂ ਬੱਚੇ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਵੀ ਸਾਡੇ ਤੋਂ ਨਿਊਮੈਰੀਕਲ ਸੋਲਵ ਨਹੀਂ ਹੁੰਦੇ ਤਾਂ ਹੋ ਸਕਦਾ ਵੀ ਇਸ ਤਰੀਕੇ ਨਾਲ ਤੁਹਾਨੂੰ ਟਾਈਮ ਥੋੜਾ ਜਿਹਾ as compared to another students ਕੀ ਹੈ ਜ਼ਿਆਦਾ ਲੱਗ ਜੇ ਬਟ ਤੁਸੀਂ ਅਗਰ ਇੱਕ ਵਾਰ ਸਟੇਟਮੈਂਟ ਨੂੰ ਅੱਛੇ ਤਰੀਕੇ ਨਾਲ ਪੜ੍ਹ ਕੇ ਉਹਦੀ ਇਮੇਜਿਨੇਸ਼ਨ ਬਣਾ ਕੇ ਜੋ ਜੋ ਤੁਹਾਨੂੰ ਸਟੇਟਮੈਂਟ ਦੇ ਵਿੱਚ ਕੀ ਹੈ ਵੈਲਿਊਜ਼ ਗਿਵਨ ਨੇ ਉਹਨਾਂ ਨੂੰ ਕੀ ਹੈ ਨੋਟ ਡਾਊਨ ਕਰਕੇ ਅਗਰ ਕੁਐਸਚਨਸ ਨੂੰ ਸੋਲਵ ਕਰਨਾ ਸਟਾਰਟ ਕਰੋਗੇ ਤਾਂ ਤੁਸੀਂ ਕੀ ਹੈ ਨਿਊਮੈਰੀਕਲ ਦੀ ਜਿਹੜੀ ਤੁਹਾਡੀ ਪ੍ਰੋਬਲਮ ਆ ਉਹ ਦੂਰ ਹੋ ਜਾਊ ਤਾਂ ਆਪਾਂ ਇਹਨਾਂ ਨੇ ਆਪਾਂ ਨੂੰ ਕੀ ਕਿਹਾ ਇੱਕ ਐਕਸ ਐਕਸਿਸ ਕੰਸੀਡਰ ਕਰ ਲੈਣਾ ਆਪਾਂ ये साडे कोल एक एक्स एक्सिस है ठीक है जी एक्स एक्सिस सपोज इस पॉइंट पे एक्स की वैल्यू 0 है ठीक है जी here x is equal to 1 and here is 2 4 8 up to so on as it is चल रहा है ठीक है जी ये सारे दे ਜਿਹੜੇ ਕੀ ਹੈ ਜਿਹੜੇ ਚਾਰजेस ਨੇ ਉਹ q प्लेस ਕੀਤੇ ਹੋਏ and we have to find potential at origin तो मैंने ये बताया कि मैं पोटेंशियल फाइंड करना है ओरिजिन तो देखो बच्चे अगर ओरिजिन ते पोटेंशियल ਅਸੀਂ फाइंड करना है पोटेंशियल ਹੁੰਦਾ ਕਿਹਦੇ ਕਰਕੇ पोटेंशियल ਹੁੰਦਾ है चार्ज कर ਤੇ ਇਸ ओरिजिन ਦੇ ਨੀਅਰ ਅਬਾਊਟ ਇਸ डिस्टेंस ਇਹ डिस्टेंस ਕਿੰਨਾ है 1 मीटर 1 मीटर ਦੇ डिस्टेंस ਤੇ ਚਾਰਜ ਪਿਆ ਤਾਂ ਇਸ ਚਾਰਜ ਕਰਕੇ ਇੱਥੇ ਕੁਝ ਨਾ ਕੁਝ पोटेंशियल ਹੋਏਗਾ that potential is known as v1 इस ओरिजिन तो सेकंड चार्ज का डिस्टेंस दैट इज 2 मीटर तो बच्चे इस सेकंड चार्ज करके भी इस ओ पॉइंट पे इस ओरिजिन पे एक पोटेंशियल होएगा दैट पोटेंशियल इज नोन एज v2 ते ओरिजिन तो जेड़ा डिस्टेंस है थर्ड चार्ज का दैट इज 4 मीटर ਇਹਦੇ ਕਰਕੇ ਵੀ ਬੱਚੇ ਇੱਕ पोटेंशियल होएगा up to so on as it is चलता रहे that means अगर मैं पोटेंशियल फाइंड करना चाहना है एट पॉइंट ओ मैनू पता है कि यह की है सम होएगा पोटेंशियल ड्यू टू 1 जेडे 1 नंबर पोजीशन पे चार्ज है 2 करके 3 करके 4 करके अप टू सो ठीक है जी तो इनू असी इक्वेशन नंबर लिखेंगे 1 तो पोटेंशियल ड्यू टू 1 नंबर पोजीशन ਜਿਹੜਾ ਫਸਟ ਪੋਜੀਸ਼ਨ ਤੇ ਮਤਲਬ 1 ਮੀਟਰ ਦੇ ਡਿਸਟੈਂਸ ਤੇ ਜੋ ਚਾਰਜ ਹੈ ਫਸਟ ਪੋਜੀਸ਼ਨ ਤੇ ਜੋ ਚਾਰਜ ਹੈ ਇਹਦੇ ਕਰਕੇ ਪੋਟੈਂਸ਼ੀਅਲ ਕਿੰਨਾ ਹੋਗਾ ਇਟਸ ਵੈਰੀ ਸਿੰਪਲ q ਤੁਹਾਨੂੰ ਪਤਾ ਹੈ ਇੱਥੇ q ਹੈ 4 ਪਾਈ ਐਪਸਿਲਨ ਨੋਟ r ਤੁਹਾਨੂੰ ਗਿਵਨ ਕਰਤਾ दैट इज 1 मीटर ਤਾਂ ਬੱਚੇ ਕਿੰਨਾ ਹੋਏਗਾ 1/4 ਪਾਈ ਐਪਸਿਲਨ ਨੂੰ ਮੈਂ k ਲਿਖ ਰਿਹਾ दैट इज q अपॉन r ਕਿੰਨਾ ਆਪਣੇ ਕੋਲੇ दैट इज 1 फिर v2 k is a constant देखो चार्ज की सी q ਹੁਣ ਜਿਹੜਾ ਪੋਟੈਂਸ਼ੀਅਲ v2 ਹੈ ਉਹਦਾ ਜਿਹੜਾ ਡਿਸਟੈਂਸ ਬਚੇ ਕਿੰਨਾ दैट इज 2 ਇੱਥੇ ਪੁੱਟ ਕਰ ਦੋ बच्चे पोटेंशियल v3 कितना है दैट इज kq अपॉन डिस्टेंस कितना सीगा डिस्टेंस है बच्चे 4 अगे डिस्टेंस कितना 8 4 तो v4 कितना होगा दैट इज kq अपॉन 8 इना सारी दी वैल्यूज पुट कर दो फर्स्ट देखो शॉर्टकट उदो लगाओ जदों
ਤੁਹਾਨੂੰ ਫੁੱਲ ਕੌਨਫੀਡੈਂਸ ਹੈ। ਅਗਰ ਤੁਹਾਨੂੰ ਨੂਮੈਰੀਕਲ ਕੀ ਹੈ ਥੋੜੇ ਟਿਪੀਕਲ ਲੱਗਦੇ ਆ ਤਾਂ ਪਹਿਲਾਂ ਨੂਮੈਰੀਕਲਸ ਨੂੰ ਪ੍ਰੋਪਰ ਵੇਚ ਕੀ ਹੈ ਸੋਲਵ ਕਰਨਾ ਸਿੱਖੋ, ਉਸ ਤੋਂ ਬਾਅਦ ਤੁਸੀਂ ਕੀ ਹੈ ਸ਼ਾਰਟ ਟ੍ਰਿਕਸ ਵੱਲ ਜਾਓ। ਕਈ ਬੱਚੇ ਕੀ ਹੈ ਪ੍ਰੋਪਰ ਕੈਲਕੂਲੇਸ਼ਨਸ ਨਹੀਂ ਕਰਦੇ ਹੈਗੇ, ਇਦਾਂ ਹੀ ਕੀ ਹੈ ਜਲਦਬਾਜ਼ੀ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਨੂਮੈਰੀਕਲਸ ਫਿਰ ਗਲਤ, ਇਹ ਤਾਂ ਇਨਫਾਈਨਾਈਟ ਤੱਕ ਹੈ। ਤਾਂ ਦੇਖੋ ਕਿਉਂ ਕਿਉਂ ਬੱਚੇ ਕਾਮਨ ਆ ਰਹੀ ਹੈ ਕੇ ਕਿਉ, ਇੱਥੇ ਕੀ ਹੁੰਦਾ ਹੈ 1, ਇੱਥੇ ਕੀ ਹੋਇਆ 1/2 plus 1/4 plus 1/8 plus up to so on। तो बच्चे जी ये सीरीज है ना इन्हें सॉल्व करने इस सीरीज में बोलते हैं जीपी सीरीज। दो सीरीज तुसी 10th क्लास पढ़ी ने, एक एपी एक जीपी। जीपी सीरीज का जो समझ अगर तुसी करना होवे तो उहदे वास्ते फॉर्मूला होंदा है S which is equal to A upon 1 minus R। A की है बच्चे, A होंदी है फर्स्ट टर्म एंड R की होंदी है, R होंदी है रेशो। रेशो की दी ਜਿਹੜੀ ਆ ਫਰਸਟ ਟਰਮ ਸੈਕੰਡ ਟਰਮ ਥਰਡ ਟਰਮ ਇਹਨਾਂ ਦੀ ਰੇਸ਼ੋ, ਠੀਕ ਹੈ। ਆ ਦੇਖੋ ਇਸ ਕੁਐਸਚਨ ਦੇ ਵਿੱਚ ਫਰਸਟ ਟਰਮ ਕਿੰਨੀ ਹੈ, ਦੈਟ ਇਜ਼ 1। ਅਗਰ ਬੱਚੇ ਮੈਂ ਰੇਸ਼ੋ ਕੈਲਕੂਲੇਟ ਕਰਾਂ ਤਾਂ ਮੈਂ ਕੀ ਕਰੂੰਗਾ ਸੈਕੰਡ ਟਰਮ ਅਪਨ ਫਰਸਟ ਟਰਮ, ਤਾਂ ਰੇਸ਼ੋ ਕਿੰਨੀ ਆਏਗੀ 1/2। ਅੱਛਾ ਜੇ ਤੁਸੀਂ ਥਰਡ ਟਰਮ ਅਪਨ ਸੈਕੰਡ ਕਰੋਗੇ ਤਾਂ ਵੀ ਰੇਸ਼ੋ ਕਿੰਨੀ ਆਏਗੀ 1/2। 1/8 1/4 ਕਰੋਗੇ 1। ਤਾਂ ਬੱਚੇ ਜਿਹੜੀਆਂ ਵੀ ਇੱਕ सीरीज ਦੇ ਵਿੱਚ रेशो सेम रहे, रेशो मतलब कांस्टेंट रहे, दैट सीरीज आर नोन एज जीपी सीरीज। ਇਹਦਾ ਸਮ ਦਾ ਸਾਨੂੰ ਫਾਰਮੂਲਾ ਪਤਾ ਹੈ, ਬਸ ਡਾਇਰੈਕਟਲੀ ਅਸੀਂ ਇਹ ਫਾਰਮੂਲਾ ਅਪਲਾਈ ਕਰਾਂਗੇ। ਤਾਂ ਪੋਟੈਂਸ਼ੀਅਲ ਐਟ ਪੁਆਇੰਟ O ਬੱਚੇ ਕੀ ਹੋ ਗਿਆ ਕਿ Q ਤਾਂ ਆਪਣੇ ਕੋਲ ਕਾਮਨ ਸੀਗਾ ਸਮ। ਦੇਖੋ A upon A ਕਿੰਨਾ ਸੀ ਆਪਣੇ ਕੋਲ 1 upon 1 minus R ਕਿੰਨੀ ਆਪਣੇ ਕੋਲ 1/2। ਤੇ ਅਗਰ ਦੀ KQ 1 upon 2 आ गया एलसीएम, the 2 minus 1 which is potential at point O that is K Q। जो सॉल्व करोगे that is Q 1 upon 2 ये ऊपर चल जाएगा, that means potential at point 2 is equal to 2 K Q is our answer। इस तरीके दे नाल असी पोटेंशियल कैलकुलेट कर सकते हैं। कितना सिंपल है। जीपी सीरीज का सानू फार्मूला जरूर ध्यान च रखना पऊगा। बाकी असी कुछ नहीं किया, असी एक फार्मूला यूज किया ते सारे पोटेंशियल्स को की किया ऐड किया। ठीक है जी, चलो नेक्स्ट क्वेश्चन देखो। टू चार्जेस 3 into 10 the power minus 8 coulomb and minus 2 into 10 the power minus 8 coulomb are located 15 centimeter apart at what point on the line joining, at what point on the line joining, ਇਹੋ ਜਿਹੇ क्वेश्चंस बहुत बारी CBSE बोर्ड ਚ ਆਉਂਦੇ। line joining the two charges, the two charges is the electric potential, is the electric potential 0। ਕਹਿੰਦੇ ਦੋ ਚਾਰजेस ਨੇ ਤੇ ਉਹਨਾਂ ਦੇ ਵਿਚਕਾਰ ਦਾ ਤੁਹਾਨੂੰ ਡਿਸਟੈਂਸ ਦੇਤਾ। at what point on the line joining, ਜਿਹੜੀ ਦੋਨਾਂ ਚਾਰजेस ਨੂੰ ਲਾਈਨ ਜੁਆਇਨ ਕਰਦੀ ਹੈ ਉਸ ਲਾਈਨ ਉੱਤੇ ਕੋਈ ਇੱਕ ਪੁਆਇੰਟ ਇਹੋ ਜਿਹਾ ਫਾਈਂਡ ਕਰੋ ਜਿੱਥੇ ਪੋਟੈਂਸ਼ੀਅਲ ਕਿੰਨਾ ਹੋਵੇ, ਇਲੈਕਟ੍ਰਿਕ ਪੋਟੈਂਸ਼ੀਅਲ, ਟੋਟਲ ਇਲੈਕਟ੍ਰਿਕ ਪੋਟੈਂਸ਼ੀਅਲ ਕਿੰਨਾ ਹੋਵੇ 0। ਤਾਂ ਦੇਖੋ ਬੱਚੇ ਮੈਂ ਤੁਹਾਨੂੰ ਕਿਹਾ ਟੋਟਲ ਪੋਟੈਂਸ਼ੀਅਲ ਕੀ ਹੁੰਦਾ ਹੈ, ਐਡ ਕਰ ਦੋ V1 plus V2, ਅਗਰ ਦੋ ਪੋਟੈਂਸ਼ੀਅਲ ਨੂੰ ਐਡ ਕਰ ਦੋ ਤੇ ਅਸੀਂ ਦੋ ਪੋਟੈਂਸ਼ੀਅਲ ਦਾ ਸਮ ਕਿੰਨਾ ਕਰਨਾ 0 ਕਰਨਾ, ਸਾਡਾ ਟਾਰਗੇਟ ਹੈ।
ਤਾਂ ਅਸੀਂ ਸਭ ਤੋਂ ਪਹਿਲਾਂ ਕੀ ਹੈ ਇੱਕ ਪੁਆਇੰਟ ਕੰਸੀਡਰ ਕਰਦੇ ਹਾਂ ਪੁਆਇੰਟ ਚਾਰਜ ਇਹ ਕਿੰਨਾ 3 × 10 ਦੀ ਪਾਵਰ -8 ਦੇਖੋ ਪੋਜ਼ਿਟਿਵ ਹੈ ਮਤਲਬ ਇਹਦੇ ਕਰਕੇ ਹਾਈ ਪੋਟੈਂਸ਼ੀਅਲ ਹੋਏਗਾ ਤੇ ਆ ਇਹਨਾਂ ਦੋਨੋਂ ਨੂੰ ਲਾਈਨ ਜੁਆਇਨ ਕਰਦੀ ਇੱਕ ਦੂਸਰਾ ਚਾਰਜ ਇਹ ਹੈਗਾ 2 × 10 ਦੀ ਪਾਵਰ -8 ਦੇਖੋ ਇਹ ਨੈਗੇਟਿਵ ਹੈ ਤੇ ਇਹਦੇ ਕਰਕੇ ਨੈਗੇਟਿਵ ਪੋਟੈਂਸ਼ੀਅਲ ਹੋਏਗਾ ਤੇ ਇਹਨਾਂ ਦੇ ਵਿਚਕਾਰ ਦਾ ਡਿਸਟੈਂਸ ਦੇਖੋ 15 ਸੈਂਟੀਮੀਟਰ ਬੱਚੇ ਬੜੀ ਗਲਤੀ ਕਰਦੇ ਨੇ ਕਨਵਰਟ ਕਰਨਾ ਭੁੱਲ ਜਾਂਦੇ ਤਾਂ ਪਹਿਲਾਂ ਹੀ ਇਹਨੂੰ ਕਨਵਰਟ ਕਰਕੇ ਲਿਖ ਲਓ देखो बच्चे ਇਹਦੇ ਕਰਕੇ ਹਾਈ ਪੋਟੈਂਸ਼ੀਅਲ ਹੈ ਇਹਦੇ ਕਰਕੇ ਕੀ ਹੈ ਲੋ ਪੋਟੈਂਸ਼ੀਅਲ मतलब 네ਗੇਟਿਵ ਪੋਟੈਂਸ਼ੀਅਲ ਹੈ मतलब ਜੇ ਇੱਕ ਮੰਨ ਲਓ ਤੁਹਾਡੇ ਕੋਲ +5 ਹੈ ਹਨਾ ਤਾਂ ਦੂਸਰਾ ਅਗਰ ਤੁਹਾਡੇ ਕੋਲ ਕਿਤੇ ਨਾ ਕਿਤੇ -5 ਹੋ ਜੇ ਤਾਂ ਆਨਸਰ ਤੁਹਾਡੇ ਕੋਲ 0 ਆ ਜਾਏਗਾ ਹੁਣ ਦੋਨੋਂ ਚਾਰजेस ਦਾ ਮੈਗਨੀਟਿਊਡ ਅਲੱਗ-ਅਲੱਗ ਹੈ ਇਹਦਾ ਮਤਲਬ ਅਸੀਂ ਇੰਨਾ ਸਮਝ ਸਕਦੇ ਹਾਂ ਕਿ ਇਹ ਪੋਜ਼ਿਟਿਵ ਪੋਟੈਂਸ਼ੀਅਲ ਹੈ 네ਗੇਟਿਵ ਪੋਟੈਂਸ਼ੀਅਲ ਹੈ ਇਹਦਾ ਮਤਲਬ ਇਹਦੇ ਇਨ ਬਿਟਵੀਨ ਕੋਈ ਇੱਕ ਪੁਆਇੰਟ ਇਹੋ ਜਿਹਾ ਹੋ ਸਕਦਾ ਹੈ ਜਿਸ ਪੁਆਇੰਟ ਤੇ ਜਿਹੜਾ ਪੋਟੈਂਸ਼ੀਅਲ ਹੈ ਕਿੰਨਾ ਹੋਵੇ 0 ਤਾਂ ਤੁਸੀਂ ਵੀ ਕਿਸੇ ਵੀ ਇੱਕ ਪੁਆਇੰਟ ਤੇ ਕਿਸੇ ਵੀ ਡਿਸਟੈਂਸ ਤੇ ਇੱਕ ਪੁਆਇੰਟ ਕੀ ਹੈ ਕੰਸੀਡਰ ਕਰਦੇ ਸਪੋਜ਼ ਦਿਸ ਪੁਆਇੰਟ ਇਜ਼ P ਜਿੱਥੇ ਅਸੀਂ ਕੀ ਹੈ ਕਹਤਾ ਵੀ ਪੋਟੈਂਸ਼ੀਅਲ ਕੀ ਹੈ 0 ਹੈ ਤਾਂ ਇਹਦਾ ਕੀ ਹੈ ਇਸ ਚਾਰਜ ਤੋਂ ਡਿਸਟੈਂਸ ਲਿਖ ਲਓ x ਤਾਂ ਸੈਕੰਡ ਚਾਰਜ ਦਾ ਡਿਸਟੈਂਸ ਕਿੰਨਾ ਹੋਗਾ ਦੇਖੋ ਟੋਟਲ ਡਿਸਟੈਂਸ ਕਿੰਨਾ 15 ਸੈਂਟੀਮੀਟਰ ਠੀਕ ਹੈ ਤਾਂ ਅਗਰ ਤੁਸੀਂ ਇਹਨੂੰ ਸੈਂਟੀਮੀਟਰ ਚ ਵੀ ਲਿਖਣਾ ਸੈਂਟੀਮੀਟਰ ਚ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਬਟ ਮੈਂ ਤੁਹਾਨੂੰ ਕਨਵਰਟ ਕਰਕੇ ਕਿਉਂ ਦਿਖਾਇਆਗਾ ਤਾਂ ਕਿ ਤੁਹਾਨੂੰ ਧਿਆਨ ਰਹੇ ਕਈ ਵਾਰ ਕੀ ਹੈ ਸਟੂਡੈਂਟਸ ਕੀ ਹੈ ਇਸ ਵੱਲ ਕੀ ਹੈ मतलब यूनिट्स ਵੱਲ ਧਿਆਨ ਦਿੰਦੇ ਜਿਨ੍ਹਾਂ ਕਰਕੇ ਉਹਨਾਂ ਦੇ ਨਿਊਮੈਰੀਕਲਸ ਗਲਤ ਹੋ ਜਾਂਦੇ ਨੇ ਠੀਕ ਹੈ ਜਾਈ ਕੀ ਹੈ 15 ਸੈਂਟੀਮੀਟਰ ਤਾਂ ਮੈਂ ਤਾਂ ਡਿਸਟੈਂਸ 15 ਸੈਂਟੀਮੀਟਰ ਦੇ ਅਕੋਰਡਿੰਗ ਹੀ ਰੱਖ ਲੈਣਾ ਹੈ ਤਾਂ ਡਿਸਟੈਂਸ ਇਹ ਕਿੰਨਾ ਆਊਗਾ ਦੇਖੋ 15 -x ਆ ਸਾਰਾ ਡਿਸਟੈਂਸ ਕਿੰਨਾ 15 ਸੈਂਟੀਮੀਟਰ ਹਾਂ x ਮੰਨ ਲਿਆ ਦੈਟ ਮੀਨਸ ਇਹ ਕਿੰਨਾ ਹੋਊਗਾ 15 -x ਤਾਂ ਇਸ ਪੁਆਇੰਟ P ਤੇ ਇਸ ਪੋਜ਼ਿਟਿਵ ਚਾਰਜ ਕਰਕੇ ਕੁਝ ਨਾ ਕੁਝ ਪੋਟੈਂਸ਼ੀਅਲ ਹੋਏਗਾ that potential is V1 suppose ਇਸ ਚਾਰਜ ਕਰਕੇ ਇਹਦਾ ਵੀ ਕੋਈ ਨਾ ਕੋਈ ਪੋਟੈਂਸ਼ੀਅਲ ਹੋਏਗਾ that is V ਤੇ ਦੋਨੋਂ ਪੋਟੈਂਸ਼ੀਅਲ ਦਾ ਸਮ ਕਿੰਨਾ ਕਰਨਾ ਹੈ 0 so what is the value of V1 that is K Q ਕਿੰਨਾ ਬੱਚੇ 3 × 10 ਦੀ ਪਾਵਰ -8 upon ਕੀ ਚਾਹੀਦਾ distance ਕਿੰਨਾ that is x and V2 ਕਿੰਨਾ ਹੈ K ਚਾਰਜ ਕਿੰਨਾ ਹੈ ਦੇਖੋ स्केलर क्वांटिटी है तो साइन इंक्लूड करना है अपॉन डिस्टेंस कितना बचे 15 - x सम दोनों सम कितना चाहिए ਇਹਨਾਂ ਦੋਨੋਂ ਦੀ ਵੈਲਿਊਜ਼ ਪੁੱਟ ਕਰ ਦੋ ਤੇ ਜਦੋਂ ਵੈਲਿਊ ਪੁੱਟ ਕਰਾਂਗੇ ਤਾਂ ਆਪਣੇ ਕੋਲ ਬਚੇ ਕਿੰਨਾ ਆਊਗਾ 3 ਇਹਦੇ ਲਿਖ ਲਓ k 3 × 10 ਦੀ ਪਾਵਰ -8 upon x minus k 2 × 10 ਦੀ ਪਾਵਰ -8 ਦੇਖੋ ਪਲੱਸ ਸੀ ਨਾ प्लस माइनस की हो गया माइनस अपॉन कितना गया 15 - x which is equal to 0 ਤਾਂ ਇਹਨੂੰ ਰਾਈਟ ਹੈਂਡ ਸਾਈਡ ਲੈ ਜਾਓ ਤੇ ਕਿੰਨਾ ਆ ਗਿਆ k that is 3 × 10 ਦੀ ਪਾਵਰ -8 upon x that is k I think is 2 × 10 ਦੀ ਪਾਵਰ -8 upon 15 - x ਚੈੱਕ ਕਰ ਲਿਆ ਆਪਾਂ ਸਹੀ ਲਿਖੇ हाँ जी बिल्कुल ਤਾਂ ਦੇਖੋ k ਨਾਲ ਬੱਚੇ k ਕੈਨਸਲ ਹੋ ਗਿਆ 10 ਦੀ ਪਾਵਰ -8 ਨਾਲ 10 ਦੀ ਪਾਵਰ -8 ਕੈਨਸਲ ਹੋ ਗਿਆ ਤੇ ਬਚ ਗਿਆ ਆਪਣੇ ਕੋਲ 3 x is equal to 2 upon 15 - x ਇਹਨੂੰ ਬੱਚੇ ਕ੍ਰਾਸ ਮਲਟੀਪਲਾਈ ਕਰ ਤਾਂ ਇਹ ਆ ਗਿਆ 45 - 3x is equal to ਕਿੰਨਾ ਆ ਗਿਆ 2x ਤਾਂ 45 is equal to ਕਿੰਨਾ ਆ ਗਿਆ 5x x is equal to ਕਿੰਨਾ ਆ ਗਿਆ 9 ਫਿਰ ਲਿਖੋਗੇ ਸੈਂਟੀਮੀਟਰ ਇਹ ਗੱਲ ਪਤਾ ਨਹੀਂ ਇਹ ਡਿਸਟੈਂਸ ਤੁਸੀਂ ਕਾਜ ਕੰਸੀਡਰ ਕਰਦੇ ਹੋ ਸੈਂਟੀਮੀਟਰ ਚ अगर तुसी इस दे अकॉर्डिंग कैलकुलेशंस करोगे तो ਤੁਹਾਡਾ ਆਨਸਰ ਆ ਜਾਏਗਾ ਮੀਟਰ ਸਟਾਰ ਠੀਕ ਹੈ ਜੀ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜਿੰਨੇ ਵੀ ਕੁਐਸਚਨਸ ਹੁੰਦੇ ਨੇ ਇਲੈਕਟ੍ਰਿਕ ਪੋਟੈਂਸ਼ੀਅਲ ਵਾਲੇ ਇਸ ਤਰੀਕੇ ਨਾਲ ਤੁਸੀਂ ਕੈਲਕੂਲੇਟ ਕਰ ਸਕਦੇ ਠੀਕ ਹੈ ਜੀ ਓਕੇ ਨੈਕਸਟ ਚਲਦੇ हैं एनसीईआरटी ਦਾ क्वेश्चन है जी ਕਰਨ ਜਾ ਰਹੇ ਆਪਾਂ ਕਾਫੀ ਇੰਪੋਰਟੈਂਟ क्वेश्चन है भी a charge of 8 millicoulomb is located at the origin
calculate the work done in taking a small charge of -2 into 10 the power -9 coulomb from a point P, the coordinates given is 0, 0, 3 centimeter to a point Q, coordinates given is 0, 4 centimeter, 0, Y, a point R, 0, 6 centimeter and 9 centimeter। ਇਹ ਸਾਡੇ ਕੋਲੇ ਕੀ ਹੈ ਸਟੇਟਮੈਂਟ, ਕਹਿੰਦੇ ਇੱਕ ਚਾਰਜ ਹੈ 8 ਮਿਲੀ ਕੂਲਮ ਦਾ। ਇਸ ਸਟੇਟਮੈਂਟ ਸਾਨੂੰ ਗਿਵਨ ਹੈ ਤਾਂ ਇਹਦੇ ਵਿੱਚ ਗਿਵਨ ਲਿਖ ਲਓ ਪਹਿਲਾਂ ਚਾਰਜ ਕਿੰਨਾ ਹੈ 8 ਮਿਲੀ, ਮਿਲੀ ਮਤਲਬ 10 ਦੀ ਪਾਵਰ -3 ਕੂਲਮ। ਲੋਕੇਟਡ ਐਟ ओरिजिन, ਤੇ ਜਿਹੜੀ ਇਹਦੀ ਪੋਜੀਸ਼ਨ ਹੈ ਉਹ ਕੀ ਹੈ ਉਹ ਐਟ ओरिजिन ਹੈ, ਮਤਲਬ ओरिजिन ਤੇ ਪਿਆ। ਕੈਲਕੂਲੇਟ ਦਾ ਵਰਕ ਡਨ ਇਨ ਟੇਕਿੰਗ ਅ ਸਮਾਲ ਚਾਰਜ, ਦੇਖੋ ਪੁੱਛਿਆ ਕਿ ਆਪਾਂ ਨੂੰ ਵਰਕ ਡਨ ਪੁੱਛਿਆ in taking a small charge, ਕਿਹੜਾ small charge ਮਤਲਬ ਟੈਸਟ ਚਾਰਜ ਦਿੱਤਾ ਹੋਇਆ from a point P to Q। ਸਾਨੂੰ ਪੁੱਛਿਆ ਕੀ ਹੈ ਵਰਕ ਡਨ ਫਾਈਂਡ ਕਰਨਾ from P to Q। by a point ਮਤਲਬ ਇਸ ਰਸਤੇ ਦੇ ਹੁੰਦੇ। ਇੱਕ ਚੀਜ਼ ਬੱਚੇ ਇਹਦੇ ਵਿੱਚ ਧਿਆਨ ਰੱਖੋ, ਮੈਂ ਤੁਹਾਨੂੰ ਦੱਸਿਆ ਹੋਇਆ ਜਿਹੜਾ ਵਰਕ ਹੁੰਦਾ ਨਾ, ਵਰਕ ਡਨ ਬਾਈ ਇਲੈਕਟ੍ਰੋਸਟੈਟਿਕ ਫੋਰਸਿਸ, स्टार्टिंग से कितना सी वर्क डन बाय इलेक्ट्रोस्टैटिक फोर्सेस के ओके कंजर्वेटिव इन नेचर, कंजर्वेटिव इन नेचर, that means it does not depends upon the path, path पे डिपेंड नहीं करता, it depends only on the initial and final positions। ਇਹਦਾ ਮਤਲਬ ਦੇਖੋ ਬੱਚੇ ਤੁਹਾਡੇ ਕੋਲ ਇਨੀਸ਼ੀਅਲ ਪੁਆਇੰਟ ਹੈ ਨਾ P, ਆ ਤੁਹਾਡੇ ਕੋਲ ਫਾਈਨਲ ਪੁਆਇੰਟ ਹੈ, ਆ ਜਿਹੜਾ y ਵਾਲਾ ਪੁਆਇੰਟ ਦਿੱਤਾ ਨਾ ਇਹਦਾ ਸਿਰਫ ਤੁਹਾਨੂੰ ਉਲਝਾਉਣ ਵਾਸਤੇ ਦਿੱਤਾ ਹੋਇਆ। ਤੁਸੀਂ ਕਿਹੜੇ ਮਰਜ਼ੀ ਰਸਤੇ ਤੇ ਆਓ ਵਰਕ ਡਨ ਕੀ ਹੋਊਗਾ ਇਲੈਕਟ੍ਰੋਸਟੈਟਿਕ ਫੋਰਸਿਸ ਦਾ ਸੇਮ। ਠੀਕ ਹੈ, ਤਾਂ ਅਸੀਂ ਕਦੀ ਡਾਇਗਰਾਮ ਪਲਾਟ ਕਰਦੇ ਹਾਂ, ਠੀਕ ਹੈ, ਫਿਰ ਇਹਨੂੰ ਹੋਰ ਵਧੀਆ ਤਰੀਕੇ ਨਾਲ ਸਮਝੋ। ਤਾਂ ਮੈਂ ਡਾਇਗਰਾਮ ਪਲਾਟ ਕਰਦਾ, ਸਾਡੇ ਕੋਲ ਇਹ ਕੋਆਰਡੀਨੇਟਸ ਨੇ, ਇਹ ਹੋ ਗਈ ਆਪਣੇ ਕੋਲੇ एक्स एक्सिस, ये साडे कोल हो गई जी वाई एक्सिस। ਤੁਹਾਡੀ ਮਰਜ਼ੀ ਹੈ, ਚਾਹੇ ਇਹਨੂੰ x ਮੰਨ ਲਓ ਇਹਨੂੰ y। ਅੱਛਾ ਸਾਡਾ ਜਿਹੜਾ p ਪੁਆਇੰਟ ਸੀ ਬੱਚੇ, ਉਹ p ਪੁਆਇੰਟ ਕੀ ਸੀਗਾ 003 ਸੈਂਟੀਮੀਟਰ, 003 ਸੈਂਟੀਮੀਟਰ। ਓਕੇ, ਤੇ ਜਿਹੜਾ q ਪੁਆਇੰਟ ਆ ਹੋਏਗਾ 040, 040 ਸਾਰਾ ਸੈਂਟੀਮੀਟਰ ਚ ਹੀ ਹੈ। ਤੇ y ਜਿਹੜਾ ਕੀ ਹੈ y ਕੋਈ r, ਇਹ ਸਾਨੂੰ ਕੀ ਹੈ ਜੀ 069, 069। ਦੇਖੋ ਜਿਹੜਾ ਫਸਟ ਕੋਆਰਡੀਨੇਟ ਹੁੰਦਾ ਹੈ x ਐਕਸਿਸ ਦਾ ਹੁੰਦਾ ਹੈ, ਸੈਕੰਡ y ਦਾ ਹੁੰਦਾ ਹੈ, y ਦਾ, ਤੇ ਥਰਡ ਜਿਹੜਾ ਹੁੰਦਾ z ਦਾ। ਇਹਦਾ ਮਤਲਬ ਬੱਚੇ ਜੇ ਅਸੀਂ p q r ਤਿੰਨਾਂ ਤੇ ਦੇਖੀਏ ਤਾਂ ਅਸੀਂ ਦੇਖੋ x ਕੋਆਰਡੀਨੇਟ ਦਾ 0 ਹੈ, ਸਾਨੂੰ ਵੈਲਿਊਜ਼ y ਤੇ z ਦਿੱਤੀ ਹੋਈਆਂ ਨੇ, ਤਾਂ ਆਪਾਂ ਇਸ ਨੂੰ ਸਿੰਪਲੀਫਾਈ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ
एक एक्सिस ਨੂੰ y ਮੰਨ ਲੈਣਾ ਨੇ, ਇੱਕ एक्सिस ਨੂੰ ਕੀ ਮੰਨ ਲੈਣਾ ਨੇ z ਮੰਨ ਲੈਣਾ। ਤਾਂ ਮੈਂ ਇੱਥੇ x ਨਾ ਲਿਖ ਕੇ सपोज इस एक्सिस में मैं लिख लिया z, फाइनली क्वेश्चन की हो गया सौखा, z y प्लेन क्वेश्चन हो गया। ਤਾਂ ਅਸੀਂ ਜੇ p ਪੁਆਇੰਟ ਦੀ ਗੱਲ ਕਰੀਏ ਤਾਂ p ਪੁਆਇੰਟ ਬੱਚੇ ਇਸ ओरिजिन ਤੋਂ 3 सेंटीमीटर फॉर एग्जांपल इस पॉइंट, देखो इथे x भी 0 है y भी 0 है बट z की वैल्यू कितनी है, दैट इज 3 सेंटीमीटर। ओके, दिस इज अ पॉइंट नंबर p एंड q, q हैगा अलोंग y एक्सिस। सपोज हियर इज अ पॉइंट q, देखो इथे x भी 0 है, y की वैल्यू 4 है, b z की वैल्यू 0 है, दिस इज पॉइंट नंबर q। ਤੇ ਜਿਹੜਾ ਬੱਚੇ r ਪੁਆਇੰਟ ਹੈ दैट इज 6 9, मतलब y ਦੀ ਵੈਲਿਊ 6 4 ਤੋਂ ਬਾਅਦ 6 ਆਪਾਂ ਇੱਥੇ ਮੰਨ ਲੈਣਾ 9 ਬਹੁਤ ਅੱਗੇ ਜਾ ਕੇ ਫॉर एग्जांपल सपोज ਇਸ ਤੇ ਜੇ ਤੁਸੀਂ ਇਹਨੂੰ ਸਪੋਜ਼ ਕਰ दिस इज पॉइंट r दैट इज 0 6। ਤਾਂ ਤੁਹਾਨੂੰ ਕਹਿ ਕੀ ਰਹੇ ਨੇ ਇਸ ओरिजिन ਤੇ ਇੱਕ ਚਾਰਜ ਸੀ ਸਾਡੇ ਕੋਲ, ਉਹ ਚਾਰਜ ਦੀ ਵੈਲਿਊ ਕਿੰਨੀ ਸੀ 8 ਮਿਲੀ ਕੂਲਮ, मतलब ਇੱਥੇ ਇੱਕ ਚਾਰਜ ਬੈਠਾ ਹੈ 8 ਮਿਲੀ ਕੂਲਮ, इनमें लिखता क्यू चार्ज। ठीक है जी, ते एक अपन चार्ज के हैगा स्मॉल चार्ज -2 × 10⁻⁹ कूलम, मतलब एक टेस्ट चार्ज साडे वास्ते हो गया, ਉਹਨੂੰ ਅਸੀਂ मूव कराना फ्रॉम p टू q बाय, मतलब एक चार्ज ਅਸੀਂ p ਤੋਂ ਪਹਿਲਾਂ ਅਸੀਂ q लेके जा रहे हैं, फिर q तो ਅਸੀਂ ਕੀ लेके जा रहे हैं r लेके। So this is the initial position and this is the final position। मतलब पहला ਤੁਸੀਂ ਇੱਧਰ ਲੈ ਗਏ ਫਿਰ ਇਸ ਸਾਈਡ ਲੈ ਗਏ। ਸਾਨੂੰ ਪੁੱਛਿਆ ਕਿ ਬੱਚੇ वर्क डन फ्रॉम p टू q, तो मैं ਤੁਹਾਨੂੰ ਦੱਸਿਆ ਇਹ ਪਾਥ ਤੇ ਡਿਪੈਂਡ ਨਹੀਂ ਕਰਦਾ, ਇਹ ਸਿਰਫ ਇਨੀਸ਼ੀਅਲ ਤੇ ਫਾਈਨਲ ਪੋਜੀਸ਼ਨ ਤੇ ਡਿਪੈਂਡ ਕਰਦਾ, मतलब ਸਾਨੂੰ ਸਿਰਫ ਇਹ डिस्टेंस चाहिए। तो देखो बच्चे वर्क डन की डेफिनेशन की बनाई सी ਆਪਾਂ, वर्क डन की क्या सी, वर्क डन ਬਣਿਆ ਸੀ पोटेंशियल ਤੋਂ ਕਿ ਕਿੰਨਾ ਵਰਕ ਤੁਸੀਂ ਕਰਦੇ ਹੋ ਕਿਸੇ ਪੁਆਇੰਟ A ਤੋਂ ਲੈ ਕੇ B ਤੱਕ, ਇਹਨੂੰ मूव ਕਰਾਉਣ ਲਈ ਟੈਸਟ ਚਾਰਜ ਨੂੰ मूव ਕਰਾਉਣ ਲਈ, ਤਾਂ ਉਹ ਇਕੁਅਲ ਟੂ ਹੁੰਦਾ ਉਸ ਪੁਆਇੰਟ ਦੇ पोटेंशियल डिफरेंस ਦੇ ਬਰਾਬਰ। ਇਥੋਂ ਵਰਕ ਕੀ ਆ ਜਾਂਦਾ ਹੈ, ਵਰਕ ਆ ਜਾਂਦਾ ਹੈ Q0 ਇਨਟੂ पोटेंशियल डिफरेंस। अब ਫਾਰਮੂਲਾ ਤੁਹਾਨੂੰ ਮੈਂ ਲਿਖਵਾਇਆ है ना। ਹੁਣ ਇੱਥੇ ਕੀ वर्क डन फ्रॉम P टू Q, ਅਸੀਂ ਇੱਕ ਚਾਰਜ मूव ਕਰਾਉਣਾ Q0, ठीक है जी, ਤੇ पोटेंशियल डिफरेंस भी ਕਿਹਦਾ ਆਊਗਾ ਫਿਰ PQ ਦਾ, मतलब ਸਾਨੂੰ ਇੱਕ ਪੁਆਇੰਟ P ਦਾ पोटेंशियल ਚਾਹੀਦਾ, ਉਹਨੂੰ ਮੈਂ VP ਮੰਨਿਆ, ਇੱਕ ਸਾਨੂੰ Q ਦਾ पोटेंशियल ਚਾਹੀਦਾ, ਉਹਨੂੰ ਮੈਂ VQ ਮੰਨ ਲਿਆ। ਤਾਂ वर्क फ्रॉम P टू Q दैट इज Q0, ਇਹਨੂੰ ਕੀ ਲਿਖਾਂਗੇ VQ माइनस V, पोटेंशियल डिफरेंस हो गया ना फाइनल माइनस इनिशियल, दिस इज इक्वेशन नंबर। देखो हुन इथों क्वेश्चन बड़ा सिंपल हो गया, देखो Q0 ਦੀ ਤੁਹਾਨੂੰ वैल्यू पता है, तो हमने सिर्फ की फाइंड करना है एक पोटेंशियल एट पॉइंट P एट पोटेंशियल एट पॉइंट Q, दोनों ही सानू फाइंड करने होंगे, कोई औखे नहीं है। देखो इस पॉइंट P ते जेड़ा पोटेंशियल होएगा वो इस चार्ज करके होएगा, ते इहदा जेड़ा डिस्टेंस है बच्चे साफ साफ क्लियर हो रहा है, वो 3 सेंटीमीटर है। जेड़ा Q ते पोटेंशियल है वो भी इस चार्ज करके होएगा, ते डिस्टेंस बच्चे कितना है, the potential at point P ते कितना है, A is a constant, Q कितना है that is 8 into 10 the power minus 3 upon distance कितना, देखो सेंटीमीटर से ध्यान रखियो, the 3 into 10 the power minus 2। Similarly potential at point Q कितना होगा that is K, चार्ज की जगह K 8 into 10 the power minus 3 upon distance कितना that is 4 into 10 the power minus 2। दोनों वैल्यूज पुट कर दो इन वन, पुट इन वन, ठीक है जी। तो मैं डायग्राम में इरेज करके मैं इसे स्लाइड दे विच कैलकुलेशन सॉल्व करके दिखा देना जी। यदि जैसी वैल्यू पुट करांगे 1, देखो वर्क फ्रॉम P टू Q, अच्छा Q0 जेड़ा चार्ज है स्मॉल चार्ज वो कितना -2 into 10 the power -9, that is -2 into 10 the power -9
अच्छा P पॉइंट का जिहड़ा पोटेंशियल है कितना है दैट इज K 8 into 10 ਦੀ ਪਾਵਰ -3 देखो 1 by 1 स्टैप लिख रहे ਤੁਹਾਡੇ ਵਾਸਤੇ नहीं तो कैलकुलेशंस बहुत मतलब जल्दी हो सकदियां ने पर मैनू ये है भी तुसी भी अच्छे तरीके नाल लिखो देखो ਇੱਥੇ थोड़ी गड़बड़ करके पोटेंशियल एट पॉइंट Q लिखना सी ते Q ਦਾ ਜਿਹੜਾ डिस्टेंस है दैट इज 4 1 by 1 स्टैप इसे करके लिख रहे कि ਤੁਹਾਨੂੰ एक स्टैप क्लियर हो जाए फिर उस तो बाद तुसी अपने आप की न्यूमेरिकल्स ਨੂੰ कर सको माइनस P ਦਾ ਜਿਹੜਾ पोटेंशियल है दैट इज K 8 into 10 ਦੀ ਪਾਵਰ -3 डिस्टेंस ही बचे है 3 into 10 ਦੀ ਪਾਵਰ कॉमन कट लेना इतना कुछ कॉमन आ रहे वर्क फ्रॉम P to Q देखो K कॉमन आ गया 8 into 10 ਦੀ ਪਾਵਰ -3 कॉमन आ गया ਤੇ ਮਾਈਨਸ ਸਾਈਨ ਸਾਡੇ ਕੋਲ 2 into 10 ਦੀ ਪਾਵਰ -9 अपॉन 10 ਦੀ ਪਾਵਰ -2 भी कॉमन आ गया अंदर की बचे बचे 1 by 4 -1 by 3 ठीक है जी तो इनू थोड़ा जिहा सॉल्व कर लेना दैट इज वर्क फ्रॉम P to Q माइनस K इनू एज इट इज रख सकते हो वैल्यू पुट करनी है वैल्यू पुट कर दो तो वो भी कोई इशू नहीं है तो आप वैल्यू पुट कर देने दी ये कितना होता दैट इज 9 into 10 ਦੀ ਪਾਵਰ 9 8 2 16 10 ਦੀ ਪਾਵਰ -9 देखो 10 ਦੀ पावर -2 ऊपर जाके क्या होगा प्लस हो जाएगा दैट मींस ये की बनेगा 10 ਦੀ पावर -1 तो बच्चे एलसीएम आ गया दैट इज 12 तो ऊपर आ गया 3 माइनस कितना आ गया 4 ਇਹਨੂੰ ਬੱਚੇ ਅਸੀਂ ਸੋਲਵ ਕਰਾਂਗੇ ਤੇ ਸਾਡੇ ਕੋਲ ਆਨਸਰ ਆਈ ਹੋਪ ਕਿ ਤੁਹਾਨੂੰ ਇਹ ਨਿਊਮੈਰੀਕਲ ਸਾਰਿਆਂ ਨੂੰ ਸਮਝ ਲੱਗ ਗਿਆ ਹੋਵੇ ਬੜੀ ਸਲੋ ਮੈਂ ਨਿਊਮੈਰੀਕਲ ਕਰਵਾਇਆ ਤਾਂ ਕਿ ਇੱਕ ਇੱਕ ਸਟੈਪ ਤੁਹਾਨੂੰ ਕਲੀਅਰ ਹੋ ਜਾਏ वर्क फ्रॉम P to Q देखो 10 ਦੀ ਪਾਵਰ 9 ਨਾਲ 10 ਦੀ ਪਾਵਰ -9 कैंसल ਤੇ ਆ ਗਿਆ ਆਪਣੇ ਕੋਲੇ अपॉन 10 आ गया दैट मींस -9 into 16 अपॉन आ गया 10 ये बच्चे अपने को आ गया दैट इज माइनस 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 हो गया प्लस दैट इज 1 अपॉन 12 इन्हें डिवाइड कर दो 5 दैट इज 8 ये अपने को आ गया 3 दैट इज 4 तो 4 2 जा 8 दैट इज 3 2 जा 6 6 अपॉन 5 दैट मींस 1.2 जाओ दिस इज द राइट आंसर इस तरीके दे नाल तुसी पोटेंशियल दे न्यूमेरिकल सॉल्व कर सकते ठीक है जी ਤੇ ਇਹਦੇ ਰੈਲੇਵੈਂਟ ਮੈਂ ਤੁਹਾਨੂੰ ਕੁਝ ਨਿਊਮੈਰੀਕਲਸ ਕੀ ਸੈਂਡ ਕਰਾਂਗਾ ਜਿਹੜੇ ਤੁਸੀਂ ਕੀ ਹੈ ਕਰਨੇ ਨੇ ਫਿਰ ਇੱਕ ਟਾਈਪ ਦੀ ਮੈਂ ਤੁਹਾਨੂੰ ਹੋਰ ਦੱਸੀ ਸੀ ਪੋਟੈਂਸ਼ੀਅਲ ਗ੍ਰੇਡੀਐਂਟ ਦੀ ਫਿਰ ਅਸੀਂ ਇਹਦੇ ਨਿਊਮੈਰੀਕਲ ਸੋਲਵ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਕੀ ਹੈ ਪੋਟੈਂਸ਼ੀਅਲ એનર્ਜੀ ਵੱਲ ਚੱਲਾਂਗੇ ਪੋਟੈਂਸ਼ੀਅਲ એનર્ਜੀ ਤੇ ਉਹਦੇ ਵੀ ਨਿਊਮੈਰੀਕਲਸ ਕਰ ਠੀਕ ਹੈ ਜੀ ਬਸ ਇੰਨਾ ਹੀ ਮਤਲਬ ਤੁਹਾਡਾ ਕੀ ਇਹ ਮਤਲਬ ਚੈਪਟਰ ਉਸ ਤੋਂ ਬਾਅਦ ਅਸੀਂ ਅੱਗੇ ਫਰਦਰ ਕੈਪੈਸਿਟਰ ਵੱਲ ਚੱਲਾਂਗੇ ਠੀਕ ਹੈ ਜੀ अपनी फीडबैक जरूर देनी है ਤੁਹਾਨੂੰ ਲੈਕਚਰ ਸਮਝ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਠੀਕ ਹੈ ਅਗਰ ਕੋਈ ਤੁਹਾਨੂੰ ਮਤਲਬ ਜਾਨੀ ਕਿ ਕਿਸੇ ਵੀ ਨੂਮੈਰੀਕਲ ਦੇ ਵਿੱਚ ਕਿਸੇ ਕਨਸੈਪਟ ਨੂੰ ਲੈ ਕੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਜਰੂਰ ਮਤਲਬ ਜਾਨੀ ਕਿ ਮੈਨੂੰ ਇਨਫੋਰਮ ਕਰੋ ਠੀਕ ਹੈ ਜੀ ਥੈਂਕ ਯੂ ਟੇਕ